देश दुनिया च वसते पंजाबियों को खुशामदीद। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सीनियर जर्नलिस्ट सरदार जगतार सिंह जी और सरदार हमीर सिंह जी। मैं जी आया आखता। थैंक यू जी, शुक्रिया जी। पंजाब दी लोक बोली आ, कुछ लुट लई मैं पिंड दियां पंचां, कुछ लुट लई सरकारां। सानू पंचां ते खड़पंचां ने भी लुट्टिया, सरकारां ने भी लुट्टिया, पर लुट्टे ਅਸੀਂ ਆਪਣੇ ਹੱਥੋਂ ਵੀ ਗਏ ਆ। ਨੱਕ ਦੇ ਸਵਾਲ ਤੇ ਮੁੱਛ ਦੇ ਸਵਾਲ ਤੇ ਨੱਕ ਵਢਾ ਕੇ ਬੈਠੇ ਰਹੇ। ਫਜ਼ੂਲ ਖਰਚੀ ਵਿਆਹਾਂ ਦੇ ਵਿੱਚ ਅੱਜ ਕੱਲ ਗਰੀਬ ਬੰਦੇ ਲਈ, ਮੱਧ ਵਰਗੀ ਬੰਦੇ ਲਈ ਸੰਤਾਪ ਬਣ ਗਿਆ। ਨਿਆਣੇ ਵਿਆਹੁਣੇ ਨੇ ਤੇ ਸਮਾਜ ਵਿੱਚ ਭੱਲ ਵੀ ਰੱਖਣੀਆਂ ਬਣਾ ਕੇ ਸਾਰੀ ਜਮਾ ਪੂੰਜੀ ਖਰਚ ਕਰਕੇ ਫਿਰ ਮੱਥੇ ਤੇ ਹੱਥ ਰੱਖ ਕੇ ਬਹਿੰਦੇ ਆ, ਜਦੋਂ ਖੁਸ਼ ਕੋਈ ਵੀ ਨਹੀਂ ਹੁੰਦਾ। ਕੱਲ ਇੱਕ ਪ੍ਰਾਈਵੇਟ ਮੈਂਬਰ ਬਿੱਲ ਜਸਬੀਰ ਸਿੰਘ ਗਿੱਲ ਡਿੰਪਾ, ਜਿਹੜੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਨੇ, ਉਹ ਪਾਰਲੀਮੈਂਟ 'ਚ ਲਿਆਉਂਦੇ ਨੇ ਕਿ ਇਹਨਾਂ ਨੂੰ ਰੋਕ ਲੱਗਣੀ ਚਾਹੀਦੀ ਆ। ਇਹਦੇ ਵਿੱਚ ਉਹ ਫਜ਼ੂਲ ਖਰਚਿਆਂ ਤੇ ਬਿੱਲ ਪੇਸ਼ ਕਰਦੇ ਨੇ ਕਿ ਸ਼ਗਨ ਦੇ ਨਾਂ ਤੇ 2500 ਰੁਪਈਆ ਹੋਵੇ, ਇੱਕ ਵਿਆਹ ਦੇ ਵਿੱਚ 10 ਪਕਵਾਨ ਤੋਂ ਵੱਧ ਨਾ ਹੋਣ। ਪਰ ਅਸੀਂ ਮੰਨਣੀ ਹੈ ਕਿਸੇ ਦੀ, ਅਸੀਂ ਮੰਨਣ ਵਾਲੇ ਦਿਨ ਜੰਮੇ ਆ। ਸਾਡੇ ਤੇ ਲੱਖ ਤੁਸੀਂ ਬੰਦਿਸ਼ਾਂ ਲਾ ਦਿਓ ਪਰ ਅਸੀਂ ਤੋੜਾਂਗੇ। ਦੂਜਾ ਸਵਾਲ ਵੀ ਇਹੀ ਆ ਕਿ ਕੁਝ ਲੁੱਟ ਲਈ ਮੈਂ ਪਿੰਡ ਦਿਆਂ ਪੰਚਾਂ। ਚੰਡੀਗੜ੍ਹ ਸਾਡਾ ਹੈ ਤੇ ਚੰਡੀਗੜ੍ਹ 'ਚ ਪੈਰ ਧਰਨ ਦੀ ਤੁਹਾਨੂੰ ਇਜਾਜ਼ਤ ਨਹੀਂ। ਅੱਜ ਰਾਜੇਵਾਲ ਸਾਹਿਬ ਤੇ ਉਹਨਾਂ ਦੀਆਂ ਭਰਾਤਰੀ ਜਥੇਬੰਦੀਆਂ 5 ਦੇ ਕਰੀਬ, ਉਹਨਾਂ ਨੇ ਮੋਰਚਾ ਲਾਇਆ, ਇੱਕ ਦਿਨ ਦਾ ਅੰਦੋਲਨ ਕੀਤਾ, ਉਹਨਾਂ ਨੇ ਰੈਲੀ ਕੱਢੀ ਹੈ। ਲੇਕਿਨ ਮਾਮਲੇ ਕੀ ਨੇ? ਪਾਣੀਆਂ ਦੇ ਨੇ, ਮਾਮਲੇ ਮੁਆਵਜ਼ਿਆਂ ਦੇ ਨੇ, ਲੇਕਿਨ ਮਾਮਲਾ ਚੰਡੀਗੜ੍ਹ ਦਾ ਵੀ ਆ। ਉਹ ਕਹਿੰਦੇ ਸਾਡਾ ਹੈ, ਸਾਡਾ ਰਹੂਗਾ। ਤੇ ਕਹੀ ਜਾਓ ਸਾਡਾ ਹੈ, ਸਾਡਾ ਰਹੂਗਾ, ਲੜਨਾ ਕੀ ਨੇ? ਤੁਹਾਨੂੰ ਪੈਰ ਤਾਂ ਰੱਖਣ ਨਹੀਂ ਦਿੰਦੇ। ਆਖੇ ਅੰਦੋਲਨ ਕਰਾਂਗੇ। ਹੁਣ 5 ਦਹਾਕੇ ਹੋ ਚੱਲੇ ਆ, ਅਜੇ ਤੱਕ ਤਾਂ ਅੰਦੋਲਨ ਛਿੜਿਆ ਨਹੀਂ। ਮੈਂ ਅੱਗੇ ਵਧਦਾ। ਧਾਰਾ 370 ਮਨਸੂਖ ਹੋਈ ਨੂੰ 4 ਸਾਲ ਹੋ ਗਏ ਨੇ ਤੇ ਹੁਣ ਉਹਦੇ ਉੱਤੇ ਸੁਪਰੀਮ ਕੋਰਟ 'ਚ ਬਹਿਸ ਚੱਲਦੀ ਆ। ਉੱਥੇ ਕਿੰਨੀ ਕੁ ਸ਼ਾਂਤੀ ਆ, ਕਿੰਨੀ ਕੁ ਆਜ਼ਾਦੀ ਆ, ਕਿੰਨਾ ਕੁ ਉੱਥੇ ਸੌਖਾ ਸਾਹ ਆਉਂਦਾ ਹੈ, ਪਤਾ ਲੱਗਿਆ ਸੈਲਾਨੀ ਬੜੇ ਜਾਂਦੇ ਨੇ। ਤਾਂ ਫਿਰ ਉੱਥੋਂ ਦੀ ਲੋਕਲ ਲੀਡਰਸ਼ਿਪ ਨੂੰ ਬੰਦ ਕਿਉਂ ਕਰਕੇ ਰੱਖਦੇ ਹੋ? ਸਵਾਲ ਤਾਂ ਉੱਠਣਗੇ, ਲੇਕਿਨ ਆਖਰ ਦੇ ਵਿੱਚ ਜਾਵਾਂਗੇ ਗਵਾਂਢੀ ਦੇਸ਼ ਵਿੱਚ ਜਿਹੜਾ ਸਾਨੂੰ ਅਸਰ ਅੰਦਾਜ਼ ਕਰਦਾ ਹੈ। ਇਮਰਾਨ ਖਾਨ ਨੂੰ ਚੱਕ ਕੇ ਦਿੱਤਾ ਅੰਦਰ। ਸਭ ਤੋਂ ਪਹਿਲਾਂ ਸਰਦਾਰ ਜਗਤਾਰ ਸਿੰਘ ਜੀ, ਜਦੋਂ ਕਿਸੇ ਵਿਆਹ ਦੇ ਵਿੱਚ ਬੰਦਾ ਸ਼ਮਲਾ ਬਣ ਕੇ ਸ਼ਾਮਲ ਹੁੰਦਾ ਹੈ ਨਾ ਜੀ, ਤੇ 2 ਘੰਟੇ ਦੇ ਵਿੱਚ ਉਹ ਇੱਧਰ ਉੱਧਰ ਠੂੰਗਾ ਠਾਂਗਾ ਜਿਹਾ ਮਾਰ ਕੇ ਤੇ ਮੁੜ ਆਉਂਦਾ ਹੈ। ਜਿੰਨੀ ਵੇਸਟੇਜ ਹੁੰਦੀ ਆ, ਮਤਲਬ ਹੁਣ ਤਾਂ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਡਿਸ਼ਸ ਹੁੰਦੀਆਂ ਨੇ ਔਰ ਉਹ ਸਾਰੀਆਂ ਦੀਆਂ ਸਾਰੀਆਂ ਮੇਰਾ ਨਹੀਂ ਖਿਆਲ ਵੀ ਕਿਸੇ ਨੇ ਕਦੇ ਖਾਧੀਆਂ ਹੋਣ। ਤੇ ਜਿਹੜਾ ਪ੍ਰਬੰਧਕ ਹੁੰਦਾ ਹੈ, ਕੁੜੀ ਵਾਲਾ ਹੋਵੇ ਮੁੰਡੇ ਵਾਲਾ ਹੋਵੇ, ਉਹਦਾ ਨਹਾਉਣ ਹੋ ਜਾਂਦਾ ਹੈ। ਜਦੋਂ ਇਹ ਪ੍ਰਾਈਵੇਟ ਮੈਂਬਰ ਬਿੱਲ ਆਇਆ, ਜਸਬੀਰ ਸਿੰਘ ਡਿੰਪਾ ਲੈ ਕੇ ਆਏ ਆ। ਇੱਕ ਸਹਿੰਦੇ ਬੰਦੇ ਨੇ, ਇਹ ਨਹੀਂ ਕਿ ਜਸਬੀਰ ਸਿੰਘ ਡਿੰਪਾ ਵਿਆਹ ਨਹੀਂ ਕਰ ਸਕਦੇ, ਪਰ ਉਹਨਾਂ ਨੇ ਆਲੇ ਦੁਆਲੇ 'ਚ ਦੇਖੀਆਂ ਹੋਣਗੀਆਂ ਇਹ ਗੱਲਾਂ ਜਿਹੜੀਆਂ ਅਸੀਂ ਵੀ ਹੰਡਾਉਂਦੇ ਆ ਕਿ ਇੱਕ ਵਿਅਕਤੀ ਜਦੋਂ ਵਿਆਹ ਕਰਦਾ ਹੈ ਤੇ ਉਸ ਤੋਂ ਬਾਅਦ ਕਿੱਦਾਂ ਕਰਜ਼ਾਈ ਹੁੰਦਾ। ਮੈਂ ਕੱਲ ਤੋਰਨ ਲਈ ਕਹੂੰਗਾ, ਤੁਹਾਨੂੰ ਬੇਨਤੀ ਕਰੂੰਗਾ। ਪੰਜਾਬ ਦੇ ਵਿੱਚ ਕੁਝ ਸਮਾਜਿਕ ਇਸ਼ੂਜ਼ ਹੈਗੇ ਆ ਜਿਨ੍ਹਾਂ ਨੂੰ ਡਿਸਕਸ ਕਰਨਾ ਤੇ ਕਨਫਰੰਟ ਕਰਨਾ ਬਹੁਤ ਜ਼ਰੂਰੀ ਹੈ। ਉਹਨਾਂ ਵਿੱਚੋਂ ਆ ਜਿਹੜੇ ਸਾਡੇ ਵਿਆਹ ਸ਼ਾਦੀ ਦੇ ਮਾਮਲੇ ਹੈ, ਜਿਸ ਸਕੇਲ ਤੇ ਅਸੀਂ ਖਰਚੇ ਕਰਦੇ ਹਾਂ ਤੇ ਜਿਸ ਸਕੇਲ ਤੇ ਅਸੀਂ ਸ਼ੋਅ ਕਰਦੇ ਹਾਂ, ਇਹ ਪੰਜਾਬੀ ਮੈਰਿਜ ਹੁਣ ਸਾਰੀ ਦੁਨੀਆ 'ਚ ਇਹ ਗੱਲ ਹੋਣ ਲੱਗ ਪਈ। ਮੈਗਾ ਮੈਰਿਜਸ, ਇਹ ਨਹੀਂ ਕਿ ਸਾਊਥ ਇੰਡੀਆ ਦੇ ਵਿੱਚ ਨਹੀਂ ਹੁੰਦੀਆਂ। ਉੱਥੇ ਸਾਊਥ ਵਾਲਿਆਂ ਕੋਲ ਪੈਸਾ ਸਾਡੇ ਨਾਲੋਂ ਬਹੁਤ ਜ਼ਿਆਦਾ ਹੈ, ਖਾਸ ਕਰਕੇ ਜਿਹੜਾ ਇੰਡਸਟਰੀ ਤੇ ਟ੍ਰੇਡ ਦਾ ਏਰੀਆ ਹੈ, ਉੱਥੇ ਤਾਂ ਕੋਈ ਕਮੀ ਨਹੀਂ ਪੈਸੇ ਦੀ। ਤੇ ਉਹ ਦਾਜ ਵੀ ਵੱਡੀਆਂ ਵੱਡੀਆਂ ਗੱਡੀਆਂ ਦਿੰਦੇ, ਲਗਜ਼ਰੀ ਵਹੀਕਲ ਸਾਡੇ ਨਾਲੋਂ ਬਹੁਤ ਵੱਡੀਆਂ। ਲੇਕਿਨ ਇਸ਼ੂ ਪੰਜਾਬ ਦਾ ਹੋਰ ਹੈ। ਇੱਥੇ ਹੁਣ ਸਾਡੇ ਵਿਆਹ ਚੱਲਦੇ ਨੇ 5-5 ਦਿਨ। ਅਸੀਂ ਕੋਈ ਜਾਣਕਾਰ ਵਾਲਾ ਦੂਰ ਨੇੜੇ ਦਾ ਛੱਡਦੇ ਨਹੀਂ, ਜਿਹਨੂੰ ਨਹੀਂ ਬੁਲਾਇਆ ਜਾਂਦਾ। ਸਾਡੇ ਪ੍ਰੈਸਰ ਇਸ਼ੂ ਬਣ ਗਿਆ ਕਿ ਵਿਆਹ ਕਿਹੋ ਜਿਹਾ ਕਰਨਾ। ਹੁਣ ਹਰ ਪਿੰਡ ਦੇ ਵਿੱਚ ਮੈਰਿਜ ਪੈਲੇਸ, ਚਲੋ ਜੀ ਚੰਗੀ ਗੱਲ ਆ, ਦਰਵਾਜ਼ੇ ਤਾਂ ਹੈਗੇ ਆ ਨਾਰਮਲ ਵਿਆਹ ਕਰਨ ਵਾਸਤੇ। ਲੁਧਿਆਣਾ ਕਿਸੇ ਵੇਲੇ ਇੱਥੋਂ ਸ਼ੁਰੂਆਤ ਹੁੰਦੀ ਹੈ, ਇਹ ਜਿਹੜੀਆਂ ਵੱਡੀਆਂ ਵੱਡੀਆਂ ਖਰਚੇ ਵਾਲੀਆਂ ਵਿਆਹ ਹੈ। ਤੇ ਦੂਸਰੇ ਪਾਸੇ ਜ਼ਿਮੀਂਦਾਰਾਂ ਦੇ ਵਿਆਹ, ਮੁਕਤਸਰ ਦੇ ਏਰੀਏ ਦੇ ਵਿੱਚ ਵੱਡੇ ਜ਼ਿਮੀਂਦਾਰਾਂ ਦੇ, ਇਹ ਨੋਨ ਹੈ ਕੁਛ ਗੱਲਾਂ। ਹੁਣ ਇੱਕ ਕੰਪੀਟੀਸ਼ਨ ਚੱਲ ਪਿਆ। ਹਰ ਵਿਆਹ ਦੇ ਵਿੱਚ ਗਰੀਬ ਤੋਂ ਗਰੀਬ ਇਨਸਾਨ ਕੋਸ਼ਿਸ਼ ਕਰਦਾ ਹੈ ਕਿ ਉਹ ਵਿਆਹ ਤੇ ਚੰਗਾ ਖਰਚਾ ਕਰੇ, ਜਿੱਥੋਂ ਮਰਜ਼ੀ ਕਰੇ, ਖਰਚਾ ਕਰਜ਼ੇ ਚੱਕ ਕੇ ਕਰੇ। ਇੱਥੇ ਬੁਰਾਈ ਆ ਜਾਂਦੀ ਹੈ। ਜੇ ਤੁਸੀਂ ਕਰਜ਼ੇ ਚੱਕ ਕੇ ਵਿਆਹ ਕਰਨੇ ਹੈ ਤੇ ਉਹਦਾ ਬੋਝ ਕਿਸ ਲੈਵਲ ਤੇ ਕਿੰਨਾ ਹੁੰਦਾ, ਇਸ ਕੰਟੈਕਸਟ ਦੇ ਵਿੱਚ ਸਰ ਜਸਬੀਰ ਸਿੰਘ ਡਿੰਪਾ ਗਿੱਲ
ਉਹਨਾਂ ਨੇ ਇੱਕ ਪ੍ਰਾਈਵੇਟ ਮੈਂਬਰ ਬਿੱਲ ਲੋਕ ਸਭਾ 'ਚ ਪੇਸ਼ ਕੀਤਾ। ਕੱਲ ਉਹ ਤੇ ਡਿਸਕਸ਼ਨ ਸੀਗੀ। ਇਹ ਇਸ਼ੂ ਬਹੁਤ ਪੁਰਾਣਾ ਟੇਕ ਅਪ ਕਰ ਰਹੇ ਆ। 2020 ਦੇ ਵਿੱਚ ਇਹਨਾਂ ਨੇ ਬਿੱਲ ਇਹ ਮੂਵ ਕੀਤਾ ਸੀਗਾ ਤੇ ਮਾਰਚ 2022 ਦੇ ਵਿੱਚ 0 ਆਵਰ ਤੇ ਇਹਨਾਂ ਨੇ ਇਹ ਇਸ਼ੂ ਟੇਕ ਅਪ ਵੀ ਕੀਤਾ ਸੀ ਤੇ ਕੱਲ ਇਸ ਬਿੱਲ ਤੇ ਬਹਿਸ ਸੀ। ਹੁਣ ਪ੍ਰਾਈਵੇਟ ਮੈਂਬਰਸ ਬਿੱਲ ਹੁੰਦਾ ਕੀ ਹੈ, ਇੱਕ ਕੋਈ ਵੀ ਮੈਂਬਰ ਇੱਕ ਬਿੱਲ ਬਣਾ ਕੇ ਸਪੀਕਰ ਨੂੰ ਭੇਜ ਦਿੰਦਾ, ਸੈਕਟਰੀਏਟ ਨੂੰ। ਉਹ ਸਿਸਟਮ ਹੈ ਉਹਦੇ 'ਚ ਕਿ ਕਦੋਂ ਟੇਕ ਅਪ ਕਰਨਾ ਹੈ, ਕਿਹੜੇ ਬਿੱਲ ਟੇਕ ਅਪ ਕਰਨੇ, ਉਹ ਸਿਲੈਕਸ਼ਨ ਦਾ ਤਰੀਕਾ ਵੀ ਹੈ। ਸੋ ਉਹ ਕਰਦੇ ਕਰਾਉਂਦੇ ਕੱਲ ਉਹ ਇਸ਼ੂ ਟੇਕ ਅਪ ਹੋ ਗਿਆ। ਇਹ ਜ਼ਰੂਰੀ ਨਹੀਂ ਕਿ ਪਾਸ ਕੀਤਾ ਜਾਵੇ। ਲੋਕ ਸਭਾ ਦਾ ਰਿਕਾਰਡ ਹੈ ਸਾਡਾ ਅੱਜ ਤੱਕ 47 ਤੋਂ ਬਾਅਦ ਜੀ 14 ਪ੍ਰਾਈਵੇਟ ਬਿੱਲ ਅਡਾਪਟ ਹੋਏ ਆ। ਇਹ ਸਰਕਾਰ ਦੀ ਮਰਜ਼ੀ ਹੁੰਦੀ ਹੈ। ਆਪਣਾ ਸਿੱਖ ਗੁਰਦੁਆਰਾ ਐਕਟ 1925 ਵੀ ਪ੍ਰਾਈਵੇਟ ਮੈਂਬਰ ਬਿੱਲ ਸੀਗਾ ਉਸ ਵੇਲੇ। ਇਹ ਸਰਕਾਰ ਦੀ ਮਰਜ਼ੀ ਹੁੰਦੀ ਹੈ, ਜੇ ਚਾਹਵੇ ਤਾਂ ਉਹਨੂੰ ਅਡਾਪਟ ਕਰ ਸਕਦੀ ਹੈ। ਲੇਕਿਨ ਇਸ਼ੂ ਫੋਕਸ ਕਰਨ ਵਾਸਤੇ ਇੱਕ ਬਹੁਤ ਵਧੀਆ ਤਰੀਕਾ ਹੈ। ਇਹ ਤੋਂ ਮੈਂਬਰ ਦੇ ਜਿਹੜੇ ਕੰਸਰਨਸ ਹੈ ਉਹ ਵੀ ਪ੍ਰਗਟ ਹੁੰਦੇ ਹੈ। ਸੋ ਡਿੰਪਾ ਜੀ ਨੇ ਕਿਹਾ ਕਿ ਇਹਦੇ ਤੇ ਰੋਕ ਲੱਗਣੀ ਚਾਹੀਦੀ ਹੈ। ਜਿਹੜਾ ਸਿਸਟਮ ਹੈ ਉਹਦੇ 'ਚ ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਆਪਣੀ ਪਰਸਨਲ। ਉਹ ਕਹਿੰਦੇ ਜੀ ਮੈਂ ਫਗਵਾੜੇ 2019 ਦੇ ਵਿੱਚ ਇੱਕ ਵਿਆਹ ਤੇ ਗਿਆ, ਉੱਥੇ ਮੈਂ 285 ਟਰੇਜ਼ ਲੱਗੀਆਂ, ਕਹਿੰਦੇ ਮੈਂ ਖੁਦ ਗਿਣੀਆਂ ਤੇ ਇਹਨਾਂ 'ਚੋਂ 129 ਉਹ ਟਰੇ ਸੀ ਜਿਨ੍ਹਾਂ 'ਚੋਂ ਕਿਸੇ ਨੇ ਇੱਕ ਚਮਚਾ ਵੀ ਖਾਣ ਪੀਣ ਦਾ ਮਾਲ ਨਹੀਂ ਚੱਕਿਆ। ਉਹ ਸਾਰੀ ਵੇਸਟੇਜ। ਹੁਣ ਜਿੱਥੇ ਇੰਨਾ ਸਿਸਟਮ ਪਿਆ ਹੈ ਉੱਥੇ ਕਿੰਨੇ ਬੰਦੇ ਬੁਲਾਏ ਹੋਣੇ ਆ। ਸੋ ਉਹਨਾਂ ਨੇ ਕਿਹਾ ਕਿ ਪ੍ਰਪੋਜ਼ ਕੀਤਾ ਹੈ ਕਿ ਗੈਸਟ 100 ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ ਜੀ ਤੇ ਡਿਸ਼ਿਸ 10 ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਬੜੀ ਵਧੀਆ ਗੱਲ ਹੈ। ਤੇ ਕੋਸ਼ਿਸ਼ ਕਰੋ ਕਿਹੜਾ ਸਗਨ ਪਾਉਣਾ ਹੈ ਉਹ 2500 ਰੁਪਏ ਤੋਂ ਵੱਧ ਨਾ ਹੋਵੇ। ਇਹ ਗੱਲ ਆਪਣੇ ਆਪ ਦੇ ਵਿੱਚ ਬਹੁਤ ਵਧੀਆ। ਇਸ਼ੂ ਨਵਾਂ ਨਹੀਂ ਹੈ। ਮਿਲੀਟੈਂਸੀ ਵੇਲੇ 1987 ਦੇ ਵਿੱਚ ਜਦੋਂ ਇੱਕ ਮੂਵਮੈਂਟ ਚੱਲੀ ਸੋਸ਼ਲ ਲੈਵਲ ਤੇ, ਐਜੂਕੇਸ਼ਨ ਦੇ ਵਿੱਚ ਵੀ ਕੱਪੜੇ ਕਿਹੋ ਜਿਹੇ ਪਾਉਣੇ, ਦੁਕਾਨਾਂ ਦੇ ਬੋਰਡ ਕਿਸ ਰੰਗ ਦੇ ਲੱਗਣੇ, ਟਰੱਕਾਂ ਦੇ ਸਾਈਨ ਬੋਰਡ ਆਪਣੇ ਨੰਬਰ ਪਲੇਟਾਂ ਦਾ ਰੰਗ ਕੀ ਹੋਣਾ, ਉਦੋਂ ਇਹ ਵੀ ਗੱਲ ਚੱਲੀ ਸੀ ਕਿ ਵਿਆਹ ਦੇ ਵਿੱਚ 11 ਤੋਂ ਵੱਧ ਬਰਾਤ ਦੇ ਵਿੱਚ ਬੰਦੇ ਨਹੀਂ ਆਉਣਗੇ। ਚਲੋ ਉਹ ਤਾਂ ਬਹੁਤ ਐਕਸਟ੍ਰੀਮ ਤੇ ਚਲਾ ਗਿਆ ਵੀ ਨਾਨ ਵੈਜ ਵੀ ਨਹੀਂ ਬਣੇਗਾ। ਤੇ ਉਹ ਲੋਕ ਇੱਕ ਲੈਵਲ ਤੇ ਇਨਡਾਇਰੈਕਟਲੀ ਬੜੇ ਖੁਸ਼ ਸੀਗੇ ਵੀ ਚੰਗਾ ਹੈ ਕਿ ਇੱਕ ਰਾਹਤ ਮਿਲੀ ਹੈ। ਲੇਕਿਨ ਜਦੋਂ ਜ਼ਬਰਦਸਤੀ ਕੋਈ ਇੱਕ ਵਾਰ ਜਦੋਂ ਜ਼ਬਰਦਸਤੀ ਕਰਾਈ ਜਾਂਦੀ ਹੈ ਨਾ ਜੀ ਉੱਥੇ ਗੜਬੜ ਹੁੰਦੀ ਸਾਰੀ। ਆ ਕੇ ਗੜਬੜ ਉੱਥੇ ਹੋਈ ਜਦੋਂ ਜਾ ਕੇ ਮੁੰਡਿਆਂ ਨੇ ਨਾਨ ਵੈਜ ਦੇ ਪਤੀਲੇ ਸੁਟਵਾਏ। ਉਹ ਰਿਐਕਸ਼ਨ ਵੀ ਹੋਇਆ ਸਾਰੀ ਗੱਲ ਤੇ ਆ ਕੇ। ਬਰਾਤਾਂ ਰੋਕੀਆਂ ਗਈਆਂ, ਬਰਾਤਾਂ ਰੋਕੀਆਂ ਗਈਆਂ, ਮੈਂ ਉਹੀ ਆਉਣ ਲੱਗੇ। ਉੱਥੇ ਗੜਬੜ ਹੋਈ ਹੈ ਲੇਕਿਨ ਤਰੀਕਾ ਗਲਤ ਸੀ, ਇਸ਼ੂ ਠੀਕ ਸੀ। ਮੈਂ ਉੱਥੇ ਆਉਣ ਲੱਗੇ। ਨਹੀਂ ਪਰ ਸਰ ਇੱਕ ਬੇਨਤੀ ਸਾਈਕੀ ਦੀ ਹੈ। ਮੈਂ ਜ਼ਰੂਰ ਤੁਹਾਡੇ ਤੋਂ ਇਹੀ ਗੱਲ ਅੱਗੇ ਐਡ ਕਰਨ ਲਈ ਕਹੂੰਗਾ। ਸਾਈਕੀ ਸਾਡੀ ਹੈ ਵੀ ਅਸੀਂ ਡੰਡੇ ਦੇ ਪੁੱਤ ਕਿਉਂ ਬਣ ਜਾਂਦੇ ਆ। ਉਦੋਂ ਕੋਈ 12ਵਾਂ ਜੀ ਨਹੀਂ ਸੀ ਚੜ੍ਹਦਾ ਹੁੰਦਾ ਬਰਾਤ ਵਿੱਚ, ਕਹਿੰਦੇ ਸੀ ਨਾ ਹੱਥ ਜੜਾ ਲਓ, ਮੈਂ ਨਹੀਂ ਜਾਣਾ। ਕੋਈ 12ਵਾਂ ਬੰਦਾ ਨਹੀਂ ਸੀ ਜਾਂਦਾ ਤੇ ਰਾਹ ਦੇ ਵਿੱਚ ਕਈ ਜਗ੍ਹਾ ਤੇ ਰੋਕ ਕੇ ਗਿਣਤੀ ਵੀ ਕਰਾਈ ਜਾਂਦੀ ਸੀ ਤੇ ਕਈ ਜਿਹੜੇ ਫੁੱਫੜ ਮੁੱਛਤਾਂ ਨੂੰ ਰੱਖਦੇ ਸੀ ਉਹਨਾਂ ਦੀਆਂ ਨੱਕ ਨਾਲ ਲੀਕਾਂ ਵੀ ਮੈਨੂੰ ਪਤਾ ਕਢਾਈਆਂ। ਲੇਕਿਨ ਕੀ ਅਸੀਂ ਇਹ ਸੈਲਫ ਡਿਸਪਲਿਨ ਇੰਪੋਜ਼ ਨਹੀਂ ਕਰ ਸਕਦੇ, ਆਪਣੇ ਆਪ ਤੇ ਓੜ ਨਹੀਂ ਸਕਦੇ ਅਨੁਸ਼ਾਸਨ ਨੇ? ਇਸ ਤੋਂ ਪਹਿਲਾਂ ਇੱਕ ਗੈਸ ਕੰਟਰੋਲ ਆਰਡਰ ਸਟੇਟ ਲੈਵਲ ਦੇ ਬਾਕੀ ਹਰ ਸਟੇਟ ਨੇ ਆਲਮੋਸਟ ਕੱਢਿਆ ਸੀ। 72 ਤੋਂ ਲੈ ਕੇ ਕੁਝ ਸਾਲਾਂ ਦੇ ਵਿੱਚ ਡਿਫਰੈਂਟ ਈਅਰਸ ਦੇ ਵਿੱਚ ਸਟੇਟਸ ਨੇ ਉਹ ਆਰਡਰ ਇਸ਼ੂ ਕੀਤੇ ਸੀਗੇ। ਉਹਦੇ ਬੈਕਗ੍ਰਾਉਂਡ ਡਿਫਰੈਂਟ ਸੀਗੀ। ਇੱਕ ਤਾਂ ਵੇਸਟੇਜ ਰੋਕਣ ਵਾਸਤੇ ਸੀਗਾ ਤੇ ਉਦੋਂ ਸਿਚੁਏਸ਼ਨ ਹਿੰਦੁਸਤਾਨ ਦੀ ਖਾਸੀ ਮਾੜੀ ਸੀ। ਮੈਂ ਯਾਦ ਕਰਾਵਾਂ ਕਿ ਲਾਲ ਬਹਾਦਰ ਸ਼ਾਸਤਰੀ ਜਦੋਂ ਪ੍ਰਾਈਮ ਮਿਨਿਸਟਰ ਸੀਗੇ ਉਹਨਾਂ ਨੇ ਮੰਡੇ ਦਾ ਵਰਤ ਰੱਖਣ ਦੀ ਅਪੀਲ ਕੀਤੀ ਸੀਗੀ ਵੀ ਤੁਸੀਂ ਇੱਕ ਦਿਨ ਦਾ ਅਨਾਜ ਬਚਾਓ। ਹਿੰਦੁਸਤਾਨ ਉਸ ਸਿਚੁਏਸ਼ਨ ਚੋਂ ਨਿਕਲਿਆ। ਉਸ ਤੋਂ ਬਾਅਦ ਜਦੋਂ ਮਿਸਟਰ ਗਾਂਧੀ ਪ੍ਰਾਈਮ ਮਿਨਿਸਟਰ ਬਣਦੀ ਹੈ ਤੇ ਉਧਰੋਂ ਮੈਕਸੀਕਨ ਵਰਾਇਟੀਜ਼ ਆ ਜਾਂਦੀਆਂ ਕਣਕ ਦੀਆਂ ਤੇ ਉਦੋਂ ਉਹਨਾਂ ਨੇ ਸਵਾਮੀਨਾਥਨ ਨਾਲ ਸਲਾਹ ਕਰਕੇ ਇਹ ਗ੍ਰੀਨ ਰੈਵੋਲੂਸ਼ਨ ਇੰਟਰੋਡਿਊਸ ਕੀਤਾ ਸੀ। ਪੰਜਾਬ ਸਿਲੈਕਟ ਕੀਤਾ ਸੀ ਉਹਦੇ ਵਾਸਤੇ, ਉਹ ਡਿਜ਼ਾਈਨ ਕੀਤਾ ਗਿਆ ਸੀ। ਸੋ ਇਹ ਪੁਰਾਣੇ ਇਸ਼ੂਜ਼ ਹੈਗੇ ਆ ਪੰਜਾਬ ਦੇ ਵਿੱਚ। ਜਿਹੜੀ ਗੱਲ ਤੁਸੀਂ ਕੀਤੀ ਹੈ ਵੀ ਡੰਡੇ ਦੇ ਪੀ ਰਹੇ ਸੀ, ਲੋਕਾਂ ਨੂੰ ਆਪਣੇ ਆਪ ਇੱਕ ਸੈਲਫ ਡਿਸਪਲਿਨ ਮੇਰੇ ਖਿਆਲ 'ਚ ਲਿਆਉਣ ਦੀ ਲੋੜ ਹੈਗੀ ਹੈ। ਇਹ ਸੈਲਫ ਅਵੇਅਰਨੈਸ ਦੀ ਬਹੁਤ ਲੋੜ ਹੈਗੀ ਹੈ। ਇਹਦੇ ਵਿੱਚ ਜਿਵੇਂ ਤੁਹਾਡੀਆਂ ਮੰਦਿਰ ਕਮੇਟੀ, ਗੁਰਦੁਆਰਾ ਕਮੇਟੀ, SGPC, ਇਹ ਸੰਸਥਾਵਾਂ ਜਿਹੜੀਆਂ ਇਹਨਾਂ ਨੂੰ ਇੱਕ ਰੋਲ ਨਿਭਾਉਣਾ ਚਾਹੀਦਾ। ਜ਼ਰੂਰੀ ਨਹੀਂ ਕਿ ਹਰ ਗੱਲ ਡੰਡੇ ਦੇ ਜ਼ੋਰ ਨਾਲ ਹੀ ਕੀਤੀ ਜਾਵੇ।
ਡੰਡੇ ਦੇ ਜ਼ੋਰ ਨਾਲ ਇਹ ਜਿਹੜੀਆਂ ਗੱਲਾਂ ਹੁੰਦੀਆਂ ਇੰਪਲੀਮੈਂਟ ਨਹੀਂ ਹੁੰਦੀਆਂ। ਇੱਕ ਅਵੇਅਰਨੈਸ ਲੈਵਲ ਹੈ ਜੀ ਉਹ ਹੋਣਾ ਚਾਹੀਦਾ ਹੈ। ਪੰਜਾਬ ਦੇ ਵਿੱਚ ਹੀ ਇਹ ਅੱਗ ਕਿਉਂ ਲੱਗੀ ਹੋਈ ਹੈ ਕਿ ਕਰੋੜਾਂ ਰੁਪਇਆ ਵਿਆਹਾਂ ਤੇ ਖਰਚ ਕੀਤਾ ਜਾਵੇ। ਜੀ ਡਿੰਪਲ ਹੋਰਾਂ ਨੇ ਕਿਹਾ ਵੀ ਇਹ ਕਿਸੇ ਗਰੀਬ ਸੰਸਥਾ ਨੂੰ ਦੇ ਦਿਓ, ਦਾਨ ਕਰ ਦਿਓ ਪੈਸੇ। ਤਰੀਕਾ ਵੀ ਦੱਸਿਆ, ਜੇ ਤੁਹਾਡਾ ਜੀ ਕਰਦਾ ਹੈ ਪੈਸੇ ਖਰਚਣ ਨੂੰ, ਤੁਸੀਂ ਉਹੀ ਕਿਸੇ ਗਰੀਬ ਪਰਿਵਾਰ ਨੂੰ ਦੇ ਦਿਓ, ਗਰੀਬ ਕਿਸੇ ਇੰਸਟੀਟਿਊਸ਼ਨ ਨੂੰ ਦੇ ਦਿਓ ਜਿੱਥੇ ਆਮ ਲੋਕਾਂ ਦੇ ਕੰਮ ਆਵੇ। ਜੀ ਜੀ ਮੈਂ ਮੇਰੇ ਖਿਆਲ ਦੇ ਵਿੱਚ ਇਹ ਬਹੁਤ ਇੱਕ ਪੋਜ਼ਿਟਿਵ ਮੂਵ ਹੈ। ਇਹਨੂੰ ਸੋਸ਼ਲ ਲੈਵਲ ਤੇ ਅੱਗੇ ਤੋਰਨ ਦੀ ਲੋੜ ਹੈ ਪੰਜਾਬ ਦੇ ਵਿੱਚ। ਸਰਦਾਰ ਹਰਮੀਤ ਸਿੰਘ ਜੀ, ਮੈਂ ਬਹੁਤ ਸਾਰੇ ਲੋਕਾਂ ਦੇ ਇਸ ਤਰ੍ਹਾਂ ਦੇ ਫੰਕਸ਼ਨ 'ਚ ਸ਼ਾਮਲ ਹੋਇਆ, ਤੁਸੀਂ ਵੀ ਹੋਏ ਹੋਵੋਗੇ, ਜਿਹੜੇ 5 ਦਿਨ ਤੱਕ ਚੱਲਦੇ ਆ। ਗੈਸਟ ਉਹੀ ਘੁੰਮ ਘੁਮਾ ਕੇ ਗੈਸਟ ਉਹੀ ਆ ਰਹੇ ਹੁੰਦੇ ਆ। ਦੂਜੀ ਗੱਲ, ਅਸੀਂ ਬਹੁਤ ਸਾਰੇ ਥਾਵਾਂ ਦੇ ਉੱਤੇ ਇੱਕ ਦੂਜੇ ਵੱਲ ਵੇਖੋ ਵੇਖੀ 8-8 ਲੱਖ ਦੇ ਸਿੰਗਰ ਲਿਆ ਰਹੇ ਆ। ਸੱਭਿਆਚਾਰਕ ਗਰੁੱਪਸ ਜਿਹੜੇ ਉਹਨਾਂ ਦਾ 2-2 ਲੱਖ ਰੁਪਇਆ ਰੇਟ ਹੋ ਗਿਆ। ਔਰ ਮੈਂ ਮਾਫੀ ਚਾਹੁੰਦਾ, ਬਹੁਤ ਸਾਰੇ ਸਿੰਗਰ ਮੇਰੇ ਦੋਸਤ ਨੇ, ਨਿੱਜੀ ਤੌਰ ਤੇ ਉਹਨਾਂ ਨੂੰ ਬੁਰਾ ਲੱਗੇ, ਉਹਨਾਂ ਦਾ ਰੁਜ਼ਗਾਰ ਹੈ। ਪਰ ਇਹਦੇ ਨਾਲ ਬਹੁਤ ਸਾਰੇ ਲੋਕ ਮੱਧ ਵਰਗੀ ਜਿਹੜੇ ਰਿਟਾਇਰਮੈਂਟ ਦਾ ਪੈਸਾ ਜੋੜਿਆ ਹੁੰਦਾ, ਪ੍ਰੋਵੀਡੈਂਟ ਫੰਡ ਦੇ ਪੈਸੇ ਕਢਾਉਂਦੇ ਨੇ, ਕਰਜ਼ੇ ਲੈ ਲੈਂਦੇ ਨੇ, ਲਿਮਟਾਂ ਜਿਹੜੀਆਂ ਨੇ, ਕੀ ਕੁਝ ਇਹੋ ਜਿਹਾ ਵਾ ਜਿਹੜਾ ਬਾਅਦ ਦੇ ਵਿੱਚ ਜਾਨ ਦਾ ਖੌਅ ਬਣ ਜਾਂਦਾ ਔਰ ਖੁਦਕੁਸ਼ੀਆਂ ਤੱਕ ਵੀ ਜਾਂਦੇ। ਇਹ ਮਾਮਲੇ ਦੇਖਿਆ ਕਿ ਅਸੀਂ ਆਪਣੇ ਬੱਚੇ ਦਾ ਨੱਕ ਨੀਵਾਂ ਨਹੀਂ ਹੋਣ ਦੇਣਾ, ਵੀ ਉਹ ਇਹ ਨਾ ਹੀਨ ਭਾਵਨਾ ਲੈ ਜੇ ਕਿ ਗੁਆਂਢੀ ਦੇ ਮੁੰਡੇ ਦਾ ਵਿਆਹ ਇੰਨਾ ਵਧੀਆ ਹੋਇਆ ਸੀ, ਧੀ ਦਾ ਹੋਇਆ ਸੀ, ਸਾਡਾ ਨਹੀਂ ਹੋਇਆ। ਮੈਂ ਸਰਦਾਰ ਹਰਮੀਤ ਸਿੰਘ ਜੀ, ਇਸ ਮਾਮਲੇ ਦੇ ਵਿੱਚ ਇਹ ਮੁਕਾਬਲੇ ਜਿਹੜੇ ਆ ਫਾਲਤੂ ਦੇ, ਔਰ ਉਸ ਤੋਂ ਬਾਅਦ ਤੁਸੀਂ ਸੋਚਦੇ ਹੋ ਕਿ ਖੁਸ਼ ਕੌਣ ਹੋ ਕੇ ਗਿਆ, ਜਾਂਦਾ ਹੋਇਆ। ਔਰ ਸ਼ਰਾਬਾਂ ਇੰਨੀਆਂ ਮਹਿੰਗੀਆਂ, ਹੁਣ ਸ਼ਰਾਬਾਂ ਦੇ ਪੱਧਰ ਵੱਧਦੇ ਜਾ ਰਹੇ ਆ। 4-4 5-5 ਹਜ਼ਾਰ ਦੀ ਬੋਤਲ। ਪਿੱਛੇ ਇੱਥੇ NRI ਦਾ ਜਿਹੜਾ ਵਿਆਹ 'ਚ ਰੌਲਾ ਪੈ ਗਿਆ ਸੀ, ਜਿਹਦੇ ਵਿੱਚ ਐਕਸਾਈਜ਼ ਵਾਲਿਆਂ ਨਾਲ ਗੋਲੀ ਚੱਲੀ, ਠੇਕੇਦਾਰਾਂ ਨਾਲ ਪੰਗਾ ਪਿਆ, ਉਹਦੇ ਵਿੱਚ 15,000 ਵਾਲੀ ਬੋਤਲ ਦਾ ਮਾਮਲਾ ਸੀਗਾ। ਮੈਨੂੰ ਲੱਗਦਾ ਕਿ ਇਹ ਜਿਹੜਾ ਸਭ ਤੋਂ ਜ਼ਿਆਦਾ ਇਹੋ ਜਿਹਾ ਕੰਮ ਹੋਇਆ 7 ਦਿਨ 8 ਦਿਨ, ਜੇ ਉਹ ਪਹਿਲਾਂ ਵੀ ਵਿਆਹ ਕਈ ਦਿਨ ਰਹਿ ਜਾਂਦੇ ਸੀ ਪਰ ਉਹਦਾ ਮਤਲਬ ਆਇਆ ਨਹੀਂ ਸੀ ਐਡਾ ਖਰਚੀਲੇ ਵਿਆਹ। ਜਦੋਂ ਤੋਂ ਮਾਰਕੀਟ ਡਰਿਵਨ ਸਿਸਟਮ ਹੋਇਆ ਉਦੋਂ ਤੋਂ ਪੈਲਸ ਕਲਚਰ ਆਇਆ, ਹੋਟਲ ਕਲਚਰ ਆਇਆ ਵਿਆਹ 'ਚ। ਇਦੋਂ ਪਹਿਲਾਂ ਜੇ ਤੁਸੀਂ 90 ਤੋਂ ਪਹਿਲਾਂ ਦੀ ਗੱਲ ਕਰਦੇ ਹੋ, ਦੇਖਦੇ ਹੋ ਤਾਂ ਵਿਆਹਾਂ ਦਾ ਇਹ ਪੈਟਰਨ ਸੀ। ਨਵੀਂ ਮਿਡਲ ਕਲਾਸ ਜਿਹੜੀ ਦੇ ਕੋਲ ਈਜੀ ਬਣੀ ਹੈ, ਚਾਹੇ ਉਹ ਥਰੂ ਕਰਪਸ਼ਨ ਆਈ ਹੈ, ਚਾਹੇ ਉਹ ਜਿਹੜੇ ਮਰਜ਼ੀ ਥਰੂ ਆਈ ਹੈ, ਤੇ ਉਹ ਆਪਣੇ ਆਪ ਨੂੰ ਉਦੋਂ ਵੀ ਵੱਡੇ ਦਾਇਰੇ ਦੇ ਵਿੱਚ ਦੇਖਣ ਦਾ ਇੱਕ ਰਿਵਾਜ ਜਿਹੜਾ ਪਿਆ, ਦੋਸਤੀ ਵੱਡੇ ਦਾਇਰੇ ਦੇ ਵਿੱਚ ਵਿਚਰਨ ਦਾ ਜਿਹੜਾ ਇੱਕ ਰਿਵਾਜ ਹੈ ਉਹ ਹੈ। ਤੇ ਉਦੋਂ ਬਾਅਦ ਲਗਾਤਾਰ ਟੋਟਲ ਪੋਲੀਟੀਕਲ ਲੀਡਰਸ਼ਿਪ, ਧਾਰਮਿਕ ਲੀਡਰਸ਼ਿਪ, ਸਮਾਜਿਕ ਲੀਡਰਸ਼ਿਪ ਉਹ ਉਸ ਦੌੜ 'ਚ ਕੁੱਦ ਗਈ ਹੈ। ਉਹ ਰੋਲ ਮਾਡਲ ਨਹੀਂ ਰਹੀ ਕਿਸੇ ਵੀ ਮਾਮਲੇ ਦੇ ਵਿੱਚ ਕਿਤੇ ਵੀ ਕਿ ਲੋਕ ਉਹਨੂੰ ਫੋਲੋ ਕਰਨ ਇਸ ਲੈਵਲ ਦੇ ਉੱਤੇ। ਔਰ ਇਹਦੇ ਤੇ ਸਰਵੇ ਹੋਇਆ ਦਿੱਲੀ ਦੇ NCR ਰੀਜਨ ਦੇ ਵਿੱਚ, ਸਰਵੇ ਗਵਰਨਮੈਂਟ ਆਫ ਇੰਡੀਆ ਦੇ ਫੂਡ ਡਿਪਾਰਟਮੈਂਟ ਨੇ ਕੀਤਾ ਸੀ। ਉਹ ਸਰਵੇ ਕਹਿੰਦਾ ਕਿ ਜਿਹੜੇ ਸਾਰੇ ਬਿਗ ਫੈਟ ਮੈਰਿਜਸ, ਉਹਨੂੰ ਨਾਂ ਦਿੱਤਾ ਗਿਆ ਬਿਗ ਫੈਟ ਮੈਰਿਜਸ ਜਿਹੜੀਆਂ ਹੋ ਰਹੀਆਂ ਨੇ, 23% ਖਾਣਾ ਜਿਹੜਾ ਹੈ ਉਹ ਬੇਸਡ ਹੁੰਦਾ ਔਨ ਐਨ ਐਵਰੇਜ ਹਰ ਫੰਕਸ਼ਨ ਦੇ ਵਿੱਚ। ਜਿਹੜੇ ਵੱਡੇ ਫੰਕਸ਼ਨ ਨੇ ਸਾਰੇ ਜਿਹੜੇ ਹੁੰਦੇ ਨੇ, ਜਿਹੜੀਆਂ ਵੀ ਚੀਜ਼ਾਂ ਨੇ, ਉਹਦਾ ਇੱਕ ਅੰਦਾਜ਼ਾ ਇਹ ਲਾਇਆ ਜਾਂਦਾ ਵੀ ਜਿੰਨੀਆਂ ਮੈਰਿਜਸ ਉੱਥੇ ਹੁੰਦੀਆਂ ਨੇ ਉਹ ਸਾਰੇ ਦੇ ਨਾਲ ਇੱਕ ਸਟੇਟ ਦਾ 2-2 ਦਿਨ ਦਾ ਖਾਣਾ ਚੱਲਦਾ। ਜੇਕਰ ਛੋਟੀ ਸਟੇਟ ਦਾ ਜੇਕਰ ਇਹ ਕਰ ਲਓ ਤੇ ਉਨਾ ਕਾਸਟ ਨਾ ਕਰੋ, ਉਹਦਾ ਮੁਕਾਬਲੇ ਸਾਦਾ ਖਾਣਾ ਖਵਾ ਦਿਓ ਤੁਸੀਂ, ਬਾਕੀ ਦੀਆਂ ਚੀਜ਼ਾਂ ਜਿਹੜੀਆਂ ਕਰਦੇ ਨੇ। ਉਹ ਸਾਰਾ ਇੱਕ ਰਿਵਾਜ ਜਿਹੜਾ ਇੱਕ ਹੈ, ਦੂਜੇ ਬੰਦਿਆਂ ਨੂੰ ਧੱਕ ਕੇ ਉੱਥੇ ਲੈ ਜਾਂਦਾ। ਫਿਰ ਉਹਨੂੰ ਧੱਕ ਕੇ ਲਿਜਾਂਦਾ ਕਿ ਉਹਦੇ ਤੇ ਪੀਅਰ ਗਰੁੱਪ ਦਾ ਇੱਕ ਪ੍ਰੈਸ਼ਰ ਹੈ, ਉਹਨਾਂ ਦੇ ਬੱਚਿਆਂ ਦਾ ਇੱਕ ਪ੍ਰੈਸ਼ਰ ਹੈ, ਉਹਦੇ ਨਾਲ ਹੀ ਉਹ ਪੜ੍ਹਦੇ ਹੁੰਦੇ ਨੇ, ਜਿਹਦੇ ਉਹ ਆਪ ਸ਼ਾਦੀ 'ਚ ਜਾਂਦੇ ਨੇ ਤਾਂ ਉਹਨਾਂ ਨੂੰ ਬੁਲਾਉਣ ਦਾ ਵੀ ਪ੍ਰੈਸ਼ਰ ਹੈ। ਸਮਾਜ ਪ੍ਰੈਸ਼ਰ ਕ੍ਰੀਏਟ ਕਰਦਾ ਬਾਕੀ ਦੇ ਲੋਕਾਂ ਦੇ ਉੱਤੇ ਜਿਹੜੇ ਉਦੋਂ ਨੀਚੇ ਖੜੇ ਹੋਏ ਨੇ। ਉਹਨਾਂ ਨੂੰ ਤਾਂ ਲੋਕ ਨਸੀਹਤ ਦਿੰਦੇ ਨੇ ਕਿ ਚਾਦਰ ਦੇਖ ਕੇ ਪੈਰ ਪਸਾਰੋ, ਤੁਸੀਂ ਕਰਜ਼ਾ ਲੈ ਕੇ ਕਿਉਂ ਕਰਦੇ ਹੋ, ਤੁਸੀਂ ਖੜੋ। ਪਰ ਜਿਹਨੇ ਅਮਰ ਬੱਤਾ ਪੈਸਾ ਇਧਰ ਉਧਰੋਂ ਕਮਾ ਲਿਆ ਉਹਦੀ ਰਿਸਟ੍ਰਿਕਸ਼ਨ ਕਿਉਂ ਨਹੀਂ ਹੈ ਜੀ? ਇਹ ਸੋਸ਼ਲ ਮੁੱਦੇ ਹੁੰਦੇ ਨੇ। ਇਸ ਲਈ ਬਲੇਮ ਟੂ ਦਾ ਵਿਕਟਮ ਇੱਕ ਥਿਉਰੀ ਹੈ ਜਿਹੜੀ ਲਗਾਤਾਰ ਕੰਮ ਕਰਦੀ ਹੈ, ਤੇ ਸਾਰਾ ਜਿਹੜਾ ਦੇਖਣ ਦਾ ਨਜ਼ਰੀਆ ਹੁੰਦਾ ਉਹਦੇ ਤੇ ਗਿਰ ਜਾਂਦਾ ਜਾ ਕੇ। ਜਿਹੜਾ ਬੰਦਾ ਉਹਦੇ 'ਚ ਵਿਚਾਰਾ ਨਾ ਉਧਰ ਜੋਗਾ ਹੁੰਦਾ ਨਾ ਉਧਰ ਜੋਗਾ ਹੁੰਦਾ, ਜਾ ਕੇ ਉੱਥੇ ਅੜਿਆ ਹੁੰਦਾ ਉਹ ਆਦਮੀ। ਇਸੇ ਲਈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਤੁਸੀਂ ਦੇਖੋ ਕਿ ਇੱਕ ਪਿੰਡ ਦੀ ਪੰਚਾਇਤ ਪਾ ਦਿੰਦੇ ਵੀ ਆਪਾਂ ਭੋਗਾਂ ਦੀ ਇੱਕ ਡਰਾਈਵ ਜ਼ਰੂਰ ਪੰਜਾਬ 'ਚ ਚੱਲੀ ਸੀ ਪਿਛਲੇ ਦਿਨਾਂ ਦੇ ਵਿੱਚ, ਵੈਲਫੇਅਰ ਐਸੋਸੀਏਸ਼ਨਾਂ ਵੀ ਘੱਟੋ ਘੱਟ ਭੋਗ ਤਾਂ ਆਪਾਂ ਸਾਦੇ ਜੇ ਪਾ ਲਿਆ ਕਰੋ, ਸਿੰਪਲ ਦਾਲ ਰੋਟੀ ਖਵਾ ਦਿਆ ਕਰੋ, ਬਾਕੀ ਨਾ ਕਰੋ ਬਹੁਤ ਜ਼ਿਆਦਾ ਲੱਡੂ ਜਲੇਬੀ ਫਲਾਨਾ ਇੰਨਾ ਕੁਝ ਚੱਲਦਾ ਸੀ। ਉਹ ਲੋਕ ਸਹਿਮਤ ਹੋਣ ਲੱਗ ਗਏ। ਇਹ ਉਹੇ ਜਿਹੇ ਪਾਣੀ ਵਾਲੇ ਬਿੱਲ ਵਾਂਗ ਹੁੰਦਾ, ਜਿਵੇਂ ਪਾਣੀ ਦਾ ਆਇਆ ਸੀ ਨਾ, ਪਾਣੀ ਡੂੰਘਾ ਹੋ ਗਿਆ ਜਦੋਂ 2009 ਦੇ ਵਿੱਚ ਲਿਆਂਦਾ ਬਿੱਲ ਕਿ ਨਹੀਂ ਜੀ 15 ਜੂਨ ਤੋਂ ਪਹਿਲਾਂ ਝੋਨਾ ਨਹੀਂ, ਸਾਰਿਆਂ ਨੇ ਪਰਿਵਾਰ ਕਰ ਲਿਆ, ਬੈਠੇ ਉਹ ਵੀ ਉੱਥੇ ਹੀ ਸੀਗੇ,
ਪਰ ਉਹ ਕਾਰਨ ਇਹ ਸੀ ਵੀ ਜਿਹੜਾ ਪਹਿਲਾਂ ਝੋਨਾ ਲਾਉਣ ਦਾ ਦੂਜੇ ਲਈ ਪੰਗਾ ਖੜਾ ਕਰ ਦਿੰਦਾ, ਨਾਲ ਵਾਲਾ ਕਹਿੰਦਾ ਕੰਬਾਈਨ ਕਦੋਂ ਆਏਗੀ। ਇਹਦੇ ਲਈ ਬਿੱਲ ਕਈ ਵਾਰ ਲੋੜ ਪੈਂਦੀ ਹੈ, ਮਤਲਬ ਕਾਨੂੰਨ ਦੀ ਜਾਂ ਸਮਾਜ ਉਹ ਸਾਰੇ ਮਾਮਲਿਆਂ 'ਚ। ਸਾਡੇ ਨਾਲੋਂ ਪਾਕਿਸਤਾਨ ਦੇਖੋ, ਪਾਕਿਸਤਾਨੀ ਪੰਜਾਬ ਲਾਹੌਰ ਦੇ ਵਿੱਚ, ਲਾਹੌਰ ਦੀ ਅਸੈਂਬਲੀ ਨੇ 2016 ਦੇ ਵਿੱਚ ਜਿਹੜਾ ਇਹ ਬਿੱਲ ਪਾਸ ਕੀਤਾ ਹੋਇਆ, ਬੜਾ ਸਟ੍ਰਿਕਟ ਸਿੰਗਲ ਡਿਸ ਸਿਸਟਮ ਹੈ, ਐ ਨਹੀਂ 10 ਡਿਸਜ ਨੇ ਜਾਂ ਬਾਕੀ ਨੇ, ਔਰ ਬਹੁਤ ਵੱਡੇ ਪੱਧਰ ਤੇ ਉਦੋਂ ਵੀ ਪਹਿਲਾਂ ਚੱਲਦਾ ਹੈ। 1 ਮਹੀਨੇ ਦੀ ਕੈਦ ਤੇ 20 ਲੱਖ ਰੁਪਇਆ ਜੁਰਮਾਨਾ ਕਿਸੇ ਵੀ ਪਬਲਿਕ ਪਲੇਸ ਤੇ, ਉਦੋਂ ਜ਼ਿਆਦਾ ਜੇਕਰ ਤੁਸੀਂ ਕਰਦੇ ਹੋ। ਸਾਨੀਆ ਮਿਰਜ਼ਾ ਸਾਡੇ ਬਹੁਤ ਵੱਡੀ ਪਲੇਅਰ ਹੈ ਟੈਨਿਸ ਦੀ ਕੰਟਰੀ ਦੀ, ਉਹ ਪਾਕਿਸਤਾਨੀ ਮੁੰਡੇ ਨਾਲ ਵਿਆਹੀ ਗਈ ਹੈ, ਸਭ ਨੂੰ ਪਤਾ ਹੈ। ਉਹਦੇ ਸਿੰਗਲ ਡਿਸ ਤੇ ਰੌਲਾ ਪਿਆ ਸੀ, ਖਬਰਾਂ ਛਪੀਆਂ ਬਹੁਤ ਜ਼ਿਆਦਾ, ਕਿਉਂਕਿ ਸਿੰਗਲ ਡਿਸ ਨਾਲ ਘਰ ਪੂਰਾ ਨਹੀਂ ਹੋਇਆ, ਉਹ ਗੈਸਟ ਗੁਸਟ ਇੱਧਰ ਉੱਧਰ ਆ ਗਏ, ਪਰ ਉਹਨਾਂ ਨੇ ਇਜਾਜ਼ਤ ਨਹੀਂ ਦਿੱਤੀ ਕਿ ਤੁਸੀਂ ਹੋਰ ਡਿਸਜ ਲਿਆਓ। ਲਾ ਕੱਲਾ ਬਣਾਉਣਾ ਨਹੀਂ ਹੁੰਦਾ, ਲਾ ਨੂੰ ਇੰਪਲੀਮੈਂਟ ਕਰਨਾ ਵੀ ਹੁੰਦਾ। ਪਾਕਿਸਤਾਨ 'ਚ ਸਾਰਾ ਕੁਝ ਗਲਤ ਨਹੀਂ ਹੋ ਰਿਹਾ ਸਾਡੇ ਨਾਲੋਂ ਕਈ ਗੱਲਾਂ ਸਿੱਖਣ ਲਈ ਵੀ ਹੋ ਰਹੀਆਂ ਨੇ। ਜਦੋਂ ਸਾਹਿਬਾਜ਼ ਸ਼ਰੀਫ ਨੇ ਇਹਨੂੰ ਲਿਆਂਦਾ ਤੇ ਸਾਰਿਆਂ ਨੇ ਪ੍ਰਵਾਨ ਕੀਤਾ ਉਹਨੂੰ ਵੀ ਚਲੋ ਆਪਾਂ ਇਹਨੂੰ ਇਸ ਲੈਵਲ ਤੇ ਗੱਲ, ਪਰ ਪੰਜਾਬੀ ਸੁਭਾਅ ਤਾਂ ਇੱਕੋ ਜਿਹਾ ਹੀ ਹੈ ਨਾ, ਉਧਰਲਾ ਪੰਜਾਬੀ ਸੁਭਾਅ ਉਹ ਤਾਂ ਬਣ ਕੇ ਨਾਨ ਵੈਜ, ਬਾਕੀ ਚੀਜ਼ਾਂ ਸਾਡੇ ਨਾਲੋਂ ਕਾਫੀ ਜ਼ਿਆਦਾ ਉੱਪਰ ਨੇ ਉਹ ਸਾਰੇ ਮਾਮਲੇ ਦੇ ਵਿੱਚ। ਇਸ ਕਰਕੇ ਮੈਨੂੰ ਲੱਗਦਾ ਨੈਸ਼ਨਲ ਲੈਵਲ ਤੇ ਤਾਂ ਕੋਈ ਇੱਕ ਸਿੰਗਲ ਨਹੀਂ ਸੈਟਅਪ ਬਣਨਾ ਸ਼ਾਇਦ ਸਾਡੇ ਵਰਗੇ ਕੰਟਰੀ 'ਚ, ਡਾਇਵਰਸ ਕੰਟਰੀ ਹੈ, ਕਿਤੇ ਟੋਟਲ ਟ੍ਰਾਈਬਲ ਏਰੀਆ, ਕਿਤੇ ਕੁਝ ਆ, ਕਿਤੇ ਵੱਖ-ਵੱਖ ਟਾਈਪ ਦੇ ਸਿਸਟਮ ਨੇ। ਇਹ ਸਟੇਟ ਲੈਵਲ ਦੇ ਗੈਸਟ ਕੰਟਰੋਲ ਆਰਡਰ ਹੋ ਸਕਦੇ ਨੇ, ਔਰ ਉਹ ਗੈਸਟ ਕੰਟਰੋਲ ਆਰਡਰ ਅਜੇ ਵੀ ਪਏ ਹੋਏ ਨੇ, ਉਹਨੂੰ ਇੰਪਲੀਮੈਂਟ ਹੀ ਕਰਨਾ ਕੇਵਲ, ਕਿ ਉੱਥੇ ਥੋੜਾ ਜਿਹਾ ਚੀਜ਼ਾਂ ਵਧਾ ਦਿਓ ਜਿੰਨਾ ਵੀ ਤੁਸੀਂ ਕਰਨਾ ਚਾਹੁੰਦੇ ਹੋ ਆਪੋ ਆਪਣੀ ਸਟੇਟ ਦੇ ਅਕੋਰਡਿੰਗਲੀ। ਔਰ ਇਹ ਵੀ ਨਾ ਕਰੋ ਜਿਵੇਂ ਇੱਕ ਕਰਤੀ ਜੀ ਸਾਡੇ ਇੱਕ ਤੇ ਲੋਕਾਂ ਨੇ ਮੰਨਣਾ ਹੀ ਨਹੀਂ, ਚਲੋ 4 ਕਰ ਲਓ, 3 ਕਰ ਲਓ, 5 ਕਰ ਲਓ, ਕੋਈ ਸਿਸਟਮ ਜਾਂ ਮੈਨੇਜਮੈਂਟ ਉਹ ਜਿਹਾ ਹੋ ਸਕਦਾ ਜੇ ਕੀਤਾ ਜਾਏ। ਪਰ ਨਾਲ ਨਾਲ ਮੈਨੂੰ ਲੱਗਦਾ ਲੋਕ ਸਧਾਰਨ ਮੰਨਣ ਲਈ ਤਿਆਰ ਨੇ, ਪਰ ਇੱਕ ਨਵਾਂ ਪੰਗਾ ਇੱਕ ਹੋਰ ਪਊਗਾ, ਆਪਾਂ ਪੰਜਾਬ 'ਚ ਕਰ ਦਿੰਨੇ ਆ। ਸਾਰੇ ਵੱਡੇ ਬੰਦੇ ਤਾਂ ਚੰਡੀਗੜ੍ਹ ਕਰ ਲਿਆ ਕਰਨਗੇ ਆ ਕੇ, ਅੱਜ ਕੱਲ ਕਿਹੜਾ ਕੋਈ ਪ੍ਰੋਬਲਮ ਹੈ, ਜਿੱਥੇ ਮਰਜ਼ੀ ਕਰ ਲਓ, ਹੈ ਨਾ। ਤੁਸੀਂ ਰੋਲ ਮਾਡਲ ਨਹੀਂ ਤਾਂ ਪੰਜਾਬ 'ਚ, ਅੱਜ ਕੱਲ ਪੰਜਾਬ ਦਾ ਲੀਡਰ ਕਿਹੜਾ ਪੰਜਾਬ 'ਚ ਕਰਦਾ ਜੀ, ਆ ਕੇ ਚੰਡੀਗੜ੍ਹ ਹੀ ਕਰਦੇ ਨੇ ਸਾਰੇ ਵੱਡੇ ਉਹਨਾਂ 'ਚ। ਔਰ ਜਿੰਨੇ ਕਿਸੇ IAS ਅਫਸਰ ਦੇ ਘਰ ਹੋਵੇ ਤੇ 7-7 ਕਾਰਡ ਜਾਂਦੇ ਨੇ, ਕਿਹੜੇ ਨੂੰ ਪਹਿਲੇ 'ਚ ਬੁਲਾਉਣਾ, ਕਿਹਨਾਂ ਨੂੰ 7 'ਚ ਬੁਲਾਉਣਾ, ਕਿਹਨਾਂ ਨੂੰ 5 'ਚ ਬੁਲਾਉਣਾ। ਕਿਸੇ ਪੋਲੀਟੀਸ਼ੀਅਨ ਦੇ ਜਾਓ ਤੇ ਕਈ ਵਾਰ 13 ਕਾਰਡ ਵੀ ਮੈਂ ਦੇਖੇ ਨੇ, ਕੁਝ ਬੰਦਿਆਂ ਦੇ ਤਾਂ ਪਤਾ ਨਹੀਂ ਕਿੰਨੇ ਫੰਕਸ਼ਨ ਨੇ ਕੀ ਨੇ। ਇਸ ਲਈ ਇੱਧਰ ਨੂੰ ਜਾਣਾ ਪਏਗਾ ਸਾਨੂੰ। ਜਿਹੜੇ ਰੋਲ ਮਾਡਲ ਦਾ ਇੱਕ ਕੁਐਸਚਨ ਹੈ ਨਾ, ਉਹ ਤੇ ਫੋਕਸ ਕਰਨਾ ਬੜਾ ਜ਼ਿਆਦਾ ਜ਼ਰੂਰੀ ਹੈ ਕੰਪੈਰੀਟਿਵਲੀ। ਹਾਂ, ਨਾਲ ਇਹ ਜ਼ਰੂਰ ਹੈ ਕਿ ਗੈਸਟ ਕੰਟਰੋਲ ਆਰਡਰ ਵੀ ਬਣਨਾ ਸਮੇਂ ਦੀ ਜ਼ਰੂਰਤ ਹੈ, ਔਰ ਜਿਹੜੇ ਬੰਦੇ ਆਪ ਸਟੈਂਡ ਨਹੀਂ ਲੈ ਸਕਦੇ ਉਹ ਰਾਹਤ ਮਹਿਸੂਸ ਕਰਨਗੇ, ਉਹ ਬਚਾਏ ਜਾ ਸਕਦੇ ਨੇ ਕਾਫੀ ਹੱਦ ਤੱਕ, ਜਿਹੜੇ ਚਾਹੁੰਦੇ ਹੈਗੇ ਨੇ ਪਰ ਪ੍ਰੈਸ਼ਰ 'ਚ ਨੇ। ਅੱਜ ਕੱਲ ਡੈਸਟੀਨੇਸ਼ਨ ਮੈਰਿਜਸ ਬਹੁਤ ਹੋ ਰਹੀਆਂ, ਚਲੋ ਉਹ ਤਾਂ ਸਮਰੱਥ ਲੋਕ ਹੈ, ਮੌਰੀਸ਼ੀਅਸ ਕਰ ਲੈਣਗੇ ਜਾ ਕੇ, ਦੁਬਈ 'ਚ ਕਰ ਲੈਣਗੇ, ਥਾਈਲੈਂਡ 'ਚ ਕਰ ਲੈਣਗੇ, ਔਰ ਸਹਿੰਦੇ ਤਾਂ ਯੂਰਪ ਚਲੇ ਜਾਂਦੇ ਨੇ। ਔਰ ਬਹੁਤ ਸਾਰੇ ਲੋਕ ਸਮੁੰਦਰ ਦੇ ਵਿੱਚੋਂ ਵਿੱਚ ਜਾ ਕੇ ਕਿਤੇ ਦੂਰ ਇੱਕ ਟਾਪੂ ਦੇ ਉੱਤੇ ਕਰਨ ਨੂੰ ਪਸੰਦ ਕਰਦੇ ਆ, ਤੇ ਫਿਰ ਉਹਦੇ ਲਈ ਖਰਚਿਆਂ ਦੀ ਕੋਈ ਬੰਦਿਸ਼ ਨਹੀਂ ਹੁੰਦੀ। ਇਹ ਤਾਂ ਸ਼ੌਂਕ ਨੇ ਉਹਨਾਂ ਦੇ, ਲੇਕਿਨ ਇਹ ਸ਼ੌਂਕ ਜਦੋਂ ਆਮ ਬੰਦੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ, ਦੂਜੇ ਸ਼ਬਦਾਂ ਦੇ ਵਿੱਚ ਇਹ ਅਨਪ੍ਰੋਡਕਟਿਵ ਖਰਚਾ, ਇਹਦੇ ਵਿੱਚੋਂ ਕੁਝ ਬਾਅਦ 'ਚ ਨਹੀਂ ਨਿਕਲਦਾ। ਤੁਸੀਂ ਬੱਚਿਆਂ ਨੂੰ ਇਹੀ ਇਨਵੈਸਟਮੈਂਟ ਦੇ ਨਾਲ, ਮੱਧ ਵਰਗੀ ਲੋਕ ਕਿਸੇ ਕਾਰੋਬਾਰ ਲਈ ਅੱਗੇ ਵਧਾਉਣ, ਸ਼ਾਇਦ ਉਹਨਾਂ ਦੇ 5-7 ਸਾਲ 'ਚ ਵਿਦੇਸ਼ 'ਚ ਵੀ ਰਹਿੰਦੇ ਆ ਸੌਖੇ ਨਿਕਲਣ, ਤੁਸੀਂ 1 ਕਰੋੜ ਰੁਪਇਆ ਸ਼ਾਦੀ ਤੇ ਲਾ ਕੇ ਉਹ 1 ਕਰੋੜ ਰੁਪਇਆ ਕਮਾਉਣ ਲਈ ਕਈ ਸਾਲਾਂ ਤੱਕ ਘੁਲਦੇ ਹੋ ਜਾ ਕੇ। ਕਦੇ ਨਹੀਂ ਕੋਈ ਸੋਚਦਾ, ਪਰ ਕਿੰਨੇ ਸੋਚਣਾ, ਸਾਡੀਆਂ ਫਾਲਤੂ ਦੀਆਂ ਗੱਲਾਂ ਨੇ। ਮੈਂ ਸਰਦਾਰ ਜਗਤਾਰ ਸਿੰਘ ਜੀ, ਜਿਹੜਾ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਰੈਲੀ ਕੀਤੀ ਗਈ, ਇੱਕ ਰੈਲੀ ਸੀ ਖਾਸ ਤੌਰ ਤੇ, ਔਰ ਉਹ ਸੀ 5 ਕਿਸਾਨ ਜਥੇਬੰਦੀਆਂ ਜਿਨ੍ਹਾਂ ਦੀ ਅਗਵਾਈ ਬਲਬੀਰ ਸਿੰਘ ਰਾਜੇਵਾਲ ਕਰ ਰਹੇ। ਰਾਜੇਵਾਲ ਉਹੀ ਚਿਹਰਾ ਨੇ ਜਿਨ੍ਹਾਂ ਨੇ ਏਡਾ ਵੱਡਾ ਅੰਦੋਲਨ ਉੱਥੇ ਖੜਾ ਵੀ ਕੀਤਾ, ਉਹਦੀ ਅਗਵਾਈ ਵੀ ਕੀਤੀ। ਬਾਕੀ ਲਗਭਗ ਉਹਨਾਂ ਚੋਂ ਇਹੀ ਚਿਹਰਾ ਸੀ, ਦੂਜੇ ਬੰਨੇ ਉਗਰਾਹਾਂ ਸਾਹਿਬ ਸੀਗੇ। ਜਦੋਂ ਮੈਂ ਇਹਦੀ ਡਿਟੇਲ ਸਰਦਾਰ ਹਮੀਰ ਸਿੰਘ ਜੀ ਤੋਂ ਲਵਾਂਗਾ ਕਿ ਅੰਦਰ ਉਹਨਾਂ ਦੇ ਏਜੰਡੇ ਦੇ ਉੱਤੇ ਕੀ ਸੀ ਔਰ ਉਹਨਾਂ ਦੀ ਸਟਰੈਂਥ ਕੀ ਸੀ, ਉਹਨਾਂ ਦਾ ਕੋਈ ਅਸਰ ਵੀ ਸਰਕਾਰ ਤੇ ਹੋਇਆ ਕਿ ਨਹੀਂ, ਮੈਂ ਤੁਹਾਡੇ ਕੋਲ ਇਹ ਸਮਝਣਾ ਚਾਹੁੰਦਾ ਹੈ ਕਿ ਜਦੋਂ ਉਹ ਇਹ ਜ਼ਿਕਰ ਕਰਦੇ ਨਾ ਵੀ ਚੰਡੀਗੜ੍ਹ ਸਾਡਾ ਤੇ ਚੰਡੀਗੜ੍ਹ ਸਾਡਾ ਰਹੇਗਾ, ਲੇਕਿਨ ਪੈਰ ਇੱਕ ਅਸੀਂ ਚੰਡੀਗੜ੍ਹ ਦੀ ਹਦੂਦ ਵਿੱਚ ਨਹੀਂ ਰੱਖ ਸਕਦੇ। ਅਸੀਂ ਸੁਣਾਉਣ ਆਉਂਦੇ ਹਾਂ ਸਰਕਾਰਾਂ ਨੂੰ, ਸਕੱਤਰੇਤ 'ਚ ਬੈਠੀਆਂ ਸਰਕਾਰਾਂ ਨੂੰ, ਜਿਹੜੇ ਅਫਸਰਾਂ ਦੇ ਰੂਪ ਵਿੱਚ ਨੇ, ਜਿਹੜੇ ਫੈਸਲਾ ਕੁੰਨ ਨੇ, ਪਰ ਸਾਨੂੰ ਉਸ ਧਰਤੀ ਤੇ ਇੱਕ ਕਦਮ ਰੱਖਣ ਦੀ ਇਜਾਜ਼ਤ ਨਹੀਂ। ਉਹ ਕਹਿ ਰਹੇ ਸੀਗੇ ਕਿ ਸਾਨੂੰ ਇਹਦੇ ਲਈ ਕੁਝ ਕਰਨਾ ਪਊਗਾ, ਰਾਜੇਵਾਲ ਕਹਿ ਰਹੇ ਸੀਗੇ, ਕਦੋਂ ਕਰਨਾ ਹੈ? ਦਹਾਕੇ ਬੀਤ ਗਿਆ, ਅੱਜ ਤੱਕ ਪੂਣੀ ਨਹੀਂ ਕੱਤੀ। ਆਮ ਆਦਮੀ ਪਾਰਟੀ ਨੂੰ ਉਹਨਾਂ ਸਿੱਧੀ ਨਾ ਕਰਤੀ ਕਿ ਅਸੀਂ ਤੁਹਾਨੂੰ ਨਹੀਂ ਦੇ ਸਕਦੇ ਇੱਥੇ ਜ਼ਮੀਨ ਆਪਣੀ ਪਾਰਟੀ ਦਾ ਦਫ਼ਤਰ ਬਣਾਉਣ ਲਈ,
ਚੰਡੀਗੜ੍ਹ ਦੇ ਫੈਸਲੇ, ਅੰਦਰ ਦੇ ਫੈਸਲੇ ਉਹ ਲੋਕ ਕਰ ਰਹੇ ਆ ਜਿਹੜੇ ਪੰਜਾਬ ਨੂੰ ਨਫ਼ਰਤ ਕਰਦੇ ਆ। ਇਹਦਾ ਇੱਕ ਬਹੁਤ ਵੱਡਾ ਸਬੂਤ ਆ ਕਿ ਪੰਜਾਬ ਵਿੱਚੋਂ ਆਉਣ ਵਾਲੇ ਵਹੀਕਲ ਡਬਲ ਪਾਰਕਿੰਗ ਫੀਸ ਦੇਣਗੇ। ਜੇ ਨਫ਼ਰਤ ਨਹੀਂ ਕਵਾਂਗੇ ਤੇ ਹੋਰ ਕੀ ਕਵਾਂਗੇ। ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਹੈ ਕਿ ਇਹ ਮਾਮਲਾ ਤੰਗ ਕਰਦਾ, ਪਰੇਸ਼ਾਨ ਕਰਦਾ ਹੈ। ਇਹ ਹੁਣ ਚੰਡੀਗੜ੍ਹ ਦੇ ਵਿੱਚ ਤੁਹਾਡੇ ਹੱਕ ਨੂੰ ਘਟਾ ਰਿਹਾ, ਪਰ ਦਾਅਵਿਆਂ ਦਾ ਕੀ ਕਰੀਏ। ਇੱਥੋਂ ਮਾੜੀ ਜੀ ਗੱਲ ਤੋਰ ਦਿਓ, ਫਿਰ ਅਸੀਂ ਕਿਸਾਨ ਜਥੇਬੰਦੀਆਂ ਦੇ ਬਾਕੀ ਅੱਜ ਦੇ ਸਾਰੇ ਸਫ਼ਰ ਤੇ ਝਾਤ ਪਾਉਂਦੇ ਸਰਦਾਰ ਹਮੀਰ ਜੀ ਕੋ। ਕਿਸੇ ਵੀ ਸ਼ਹਿਰ ਦੇ ਵਿੱਚ ਕਿਸੇ ਜਥੇਬੰਦੀ ਨੂੰ, ਕਿਸੇ ਸੈਕਸ਼ਨ ਨੂੰ ਜਾਂ ਪ੍ਰੋਟੈਸਟ ਇਨ ਜਨਰਲ ਤੇ ਰੋਕ ਲਾਉਣੀ, ਇਹ ਜਮਹੂਰੀਅਤ ਦੇ ਖਿਲਾਫ ਹੈ ਤੇ ਜਮਹੂਰੀਅਤ ਦਾ ਘਾਣ ਹੈ। ਮੈਂ ਬੇਸਿਕ ਪ੍ਰਿੰਸੀਪਲ ਤੋਂ ਪਹਿਲਾਂ ਸ਼ੁਰੂ ਕਰਦਾ। ਕਿਸੇ ਮੈਚੁਰ ਡੈਮੋਕ੍ਰੇਸੀ ਦੇ ਵਿੱਚ, ਵੈਸਟਰਨ ਤੁਸੀਂ ਡੈਮੋਕ੍ਰੇਸੀ ਲੈ ਲਓ, ਯੂਰਪੀਅਨਸ ਲੈ ਲਓ, ਜਿਹੜੀ ਸਭ ਤੋਂ ਪੁਰਾਣੀਆਂ ਡੈਮੋਕ੍ਰੇਸੀਜ਼ ਹੈ, ਉੱਥੇ ਸਭ ਨੂੰ ਰਾਈਟ ਹੈ ਕਿ ਤੁਸੀਂ ਕਿਸੇ ਵੀ ਥਾਂ ਤੇ ਪ੍ਰੋਟੈਸਟ ਕਰ ਸਕਦੇ ਹੋ। ਵੱਡੇ ਉੱਥੇ ਦਾ ਪ੍ਰੋਟੈਸਟ ਬਹੁਤ ਵੱਡੇ ਵੱਡੇ ਹੁੰਦੇ। ਫਰਾਂਸ ਦੇ ਐਗਜ਼ਾਮਪਲ ਸਾਹਮਣੇ ਆ ਸਾਡੇ, ਕਿੰਨੇ ਪ੍ਰੋਟੈਸਟ ਉੱਥੇ ਹੁੰਦੇ ਆ। ਈਵਨ ਤੁਹਾਡੇ ਕਿਸਾਨ ਜਥੇਬੰਦੀਆਂ ਲੈ ਲਓ, ਤੁਸੀਂ ਯੂਰਪ ਦੇ ਕਿੰਨੇ ਮੁਲਕ ਲੈ ਲਓ, ਉਹ ਆਪਣੇ ਟਰੈਕਟਰ ਚੱਕ ਕੇ ਆ ਜਾਂਦੇ ਆ, ਕਈ ਦਿਨ ਆਪਣਾ ਪ੍ਰੋਟੈਸਟ ਕਰਦੇ ਆ। ਲੇਕਿਨ ਇੱਕ ਫਰਕ ਹੈ, ਉਹ ਇਹ ਨਹੀਂ ਕਿ ਹਰ ਰੋਜ਼ ਕੋਈ ਨਾ ਕੋਈ ਜਥੇਬੰਦੀ ਉੱਠ ਕੇ ਆਪਣਾ ਪ੍ਰੋਟੈਸਟ ਸ਼ੁਰੂ ਕਰ ਲਵੇ ਜੀ। ਉਹ ਇੱਕ ਵੱਖਰਾ ਇਸ਼ੂ ਹੈ। ਇਹ ਜੋ ਚੰਡੀਗੜ੍ਹ ਦੇ ਵਿੱਚ ਹੋ ਰਿਹਾ, ਚੰਡੀਗੜ੍ਹ ਦੇ ਵਿੱਚ ਪਹਿਲਾਂ ਅਲਾਉਡ ਸੀ, ਹੁਣ ਵੀ ਅਲਾਉਡ ਹੋਣਾ ਚਾਹੀਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਇਹ ਫੈਸਲਾ ਕੀਤਾ ਗਿਆ, ਪੰਜਾਬ ਦੇ ਬਹੁਤੇ ਪੋਲੀਟੀਸ਼ੀਅਨ ਚੰਡੀਗੜ੍ਹ ਦੇ ਵਿੱਚ ਹੀ ਰਹਿੰਦੇ ਆ, ਹਰਿਆਣੇ ਵਾਲੇ ਨਹੀਂ ਰਹਿੰਦੇ, ਪੰਜਾਬ ਵਾਲੇ ਚੰਡੀਗੜ੍ਹ ਦੇ ਵਿੱਚ ਹੀ ਹੈ। ਕਿਸੇ ਪੋਲੀਟੀਕਲ ਪਾਰਟੀ ਨੇ ਪੰਜਾਬ ਦੀ ਨੇ ਫਾਰਮਲੀ ਇਸ ਫੈਸਲੇ ਨੂੰ ਅਪੋਜ਼ ਨਹੀਂ ਕੀਤਾ। ਪਹਿਲਾਂ ਕਾਂਗਰਸ ਦੀ ਸਰਕਾਰ ਵੀ ਰਹੀ, ਅਕਾਲੀ ਦਲ ਦੀ ਸਰਕਾਰ ਵੀ ਰਹੀ, ਕਿ ਇਹਨਾਂ ਭਲੇ ਮਾਨਸਾਂ ਨੇ ਕਦੇ ਫਾਰਮਲੀ ਯੂਟੀ ਐਡਮਿਨਿਸਟ੍ਰੇਸ਼ਨ ਨੂੰ ਲਿਖਿਆ ਕਿ ਇੱਥੇ ਪ੍ਰੋਟੈਸਟ ਨਹੀਂ ਹੋਣੇ ਚਾਹੀਦੇ, ਆਪਣੇ ਹੋਣੇ ਚਾਹੀਦੇ, ਇਹ ਬੈਨ ਨਹੀਂ ਹੋ ਸਕਦਾ। ਚੰਡੀਗੜ੍ਹ ਪੰਜਾਬ ਦੀ ਕੈਪੀਟਲ ਹੈ, ਹਰਿਆਣੇ ਦੀ ਕੈਪੀਟਲ ਹੈ, ਬੜੀ ਪੰਜਾਬ ਵਾਸਤੇ ਹੈ, ਚਲੋ ਹਰਿਆਣਾ ਵੀ ਹੈ। ਦੋਵੇਂ ਸਟੇਟਸ ਦੇ ਲੋਕਾਂ ਦਾ ਇਹ ਤੇ ਰਾਈਟ ਹੈ ਪ੍ਰੋਟੈਸਟ ਕਰਨ ਦਾ। ਹਰਿਆਣੇ ਵਾਲੇ ਹੁਣ ਪੰਚਕੂਲੇ ਰੋਕ ਦਿੰਦੇ ਆ ਤੇ ਪੰਜਾਬ ਵਾਲੇ ਮੁਹਾਲੀ ਰੋਕ ਦਿੰਦੇ ਆ। ਸੋ ਇਹ ਇਨ ਪ੍ਰਿੰਸੀਪਲ ਗਲਤ ਹੈ। ਹੁਣ ਹੋਇਆ ਕਿਉਂ ਹੈ, ਮੈਂ ਕਿਸਾਨ ਸਟਰਗਲ ਦੀ ਯਾਦ ਕਰਾ ਦਿਆਂ। ਬਲੂ ਸਟਾਰ ਤੋਂ ਪਹਿਲਾਂ ਸ਼ਾਇਦ ਜਨਵਰੀ 84 ਸੀ, ਉਹ ਪੰਜਾਬ ਨੇ, ਚੰਡੀਗੜ੍ਹ ਨੇ ਬੜੀ ਕਮਾਲ ਦੀ ਸਟਰਗਲ BKU ਦੀ ਦੇਖੀ ਸੀਗੀ। ਇਹ ਰਾਜੇਵਾਲ ਐਂਡ ਕੰਪਨੀ, ਲਖੋਵਾਲ ਐਂਡ ਕੰਪਨੀ ਸਾਰੇ ਸੀਗੇ। ਰਾਜ ਭਵਨ ਘੇਰਿਆ ਸੀ ਇਹਨਾਂ ਨੇ, ਇੱਥੇ ਸੈਕਟਰ 67 ਚਾਰੇ ਪਾਸਿਓਂ ਕਿਸਾਨ ਬੈਠੇ ਸੀ ਆ ਕੇ। ਕਿਸੇ ਨੂੰ ਕੋਈ ਤੰਗ ਨਹੀਂ ਸੀ ਕੀਤਾ। ਹਰਾਸਮੈਂਟ ਜ਼ਰੂਰ ਲੋਕਾਂ ਨੂੰ ਥੋੜੀ ਬਹੁਤ ਹੋਈ ਹੋਏਗੀ, ਲੇਕਿਨ ਬਿਲਕੁਲ ਪੀਸਫੁਲ ਆਰਡਰਲੀ ਪ੍ਰੋਟੈਸਟ ਸੀ। ਆਲਮੋਸਟ ਹਫ਼ਤਾ 10 ਦਿਨ ਲੰਬਾ, ਬਹੁਤ ਲੰਬਾ ਪ੍ਰੋਟੈਸਟ ਚੱਲਿਆ ਸੀ। ਪੰਜਾਬ ਦੇ ਵਿੱਚ ਲਗਾਤਾਰ, ਚੰਡੀਗੜ੍ਹ 'ਚ ਲਗਾਤਾਰ ਪ੍ਰੋਟੈਸਟ ਹੁੰਦੇ ਰਹੇ। ਸਮੱਸਿਆ ਕਿੱਥੇ ਕਿਸ ਵੇਲੇ ਤੇ ਆਉਂਦੀ ਆ, ਜਨਪਦ ਤੇ ਪ੍ਰੋਟੈਸਟ ਹੋਣ ਲੱਗ ਪਏ ਆਲਮੋਸਟ ਡੇਲੀ। ਮੈਂ ਆਲਮੋਸਟ ਜੋ ਡੇਲੀ ਕਹਿੰਦਾ ਤੇ ਮਹੀਨੇ 10 ਦਿਨ ਇਹ ਸੜਕ ਬੰਦ ਹੋਣ ਲੱਗ ਪਈ ਸੀਗੀ। ਹੁਣ ਜਦੋਂ ਮੇਨ ਸੜਕ 10 ਦਿਨ ਬੰਦ ਰਵੇ ਮਹੀਨੇ ਦੇ ਵਿੱਚ, ਤੇ ਉਹਦੇ ਫਿਰ ਰੌਲਾ ਪੈਂਦਾ, ਪ੍ਰੋਟੈਸਟ ਕਰੋ, ਜ਼ਰੂਰ ਕਰੋ। ਹੁਣ ਗੱਲ ਇਹ ਹੈ ਕਿ ਲੋਕ ਪ੍ਰੋਟੈਸਟ ਕਰਨ ਵਾਸਤੇ ਮਜਬੂਰ ਕਿਉਂ ਹੁੰਦੇ, ਇਹ ਐਸਪੈਕਟ ਨਾਲ ਹੈ, ਮੈਂ ਉੱਤੇ ਬਾਅਦ ਚ ਆਉਣਾ। ਇਹਦਾ ਹੱਲ ਕੀ ਹੈ? ਜੇ ਤੁਸੀਂ ਮਹੀਨੇ ਦੇ ਵਿੱਚ 10 ਦਿਨ ਸੜਕ ਮੇਨ ਬੰਦ ਰੱਖੋਗੇ, ਅਸੀਂ ਸੈਕਟਰੀਏਟ ਤੋਂ ਜਦੋਂ ਵਾਪਸ ਆਉਣਾ ਅਕਸਰ, ਤੇ ਅੱਗੇ ਸੜਕ ਬੰਦ ਹੋਣੀ, ਦੂਜੇ ਪਾਸੇ ਘੁੰਮ ਕੇ ਜਾਣਾ, ਰੂਟੀਨ ਹੋ ਗਿਆ ਸੀ। ਸੋ ਅਸੀਂ ਆਲਮੋਸਟ ਡੇਲੀ ਇਸ ਚੀਜ਼ ਨੂੰ ਅਬਜ਼ਰਵ ਕਰਦੇ ਸੀ। ਹੁਣ ਜਿਹੜੀ ਗੱਲ ਮੈਂ ਹੁੰਦਾ ਕਿ ਲੋਕ ਕਿਉਂ ਮਜਬੂਰ ਹੁੰਦੇ ਹੈ ਕਿ ਇੱਥੇ ਆ ਕੇ ਪ੍ਰੋਟੈਸਟ ਕਰਨ, ਉਹਨਾਂ ਦੀ ਸਮੱਸਿਆਵਾਂ ਡਿਸਟ੍ਰਿਕਟ ਲੈਵਲ ਤੇ ਹੱਲ ਕਿਉਂ ਨਹੀਂ ਹੁੰਦੀਆਂ? ਕਿਉਂ ਸਟੇਟ ਉਹਨਾਂ ਦੇ ਬਾਰੇ ਇਨਡਿਫਰੈਂਟ ਹੈ, ਉਹਨਾਂ ਦੇ ਸਮੱਸਿਆਵਾਂ ਬਾਰੇ? ਲੋਕ ਕਿਉਂ ਉੱਥੇ ਪਹੁੰਚਣ? ਇਸ਼ੂ ਬੇਸਿਕ ਉਹ ਹੈ ਕਿ ਜਦੋਂ ਸਰਕਾਰਾਂ ਅਨਰਿਸਪੌਂਸਿਵ ਹੋਣ ਤੇ ਲੋਕਾਂ ਨੂੰ ਪ੍ਰੋਟੈਸਟ ਕਰਨ ਦਾ ਰਾਈਟ ਹੈ ਜੀ, ਤੇ ਉਹ ਰਾਈਟ ਚੰਡੀਗੜ੍ਹ 'ਚ ਪ੍ਰੋਟੈਸਟ ਕਰਨ ਦਾ ਹੈ, ਇਹ ਰਿਸਟੋਰ ਹੋਣਾ ਚਾਹੀਦਾ ਜੀ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਔਰ ਪਾਸ਼ਤੀਆਂ ਉਹ 17 ਨੇ, ਸਰਦਾਰ ਹਮੀਰ ਸਿੰਘ ਜ਼ਿਆਦਾ ਬਿਹਤਰ ਦੱਸ ਸਕਦੇ ਨੇ ਕਿ ਜੀਵਨ ਜਿਉਣ ਦਾ ਇਹ ਵੀ ਇੱਕ ਤਰੀਕਾ ਹੁੰਦਾ, ਚੁਫਾਲ ਲਿਟ ਜਾਣਾ ਭਰੇ ਟ੍ਰੈਫਿਕ ਦੇ ਵਿੱਚ। ਮੈਂ ਸਰਦਾਰ ਹਮੀਰ ਸਿੰਘ ਜੀ, ਕਿਸਾਨ ਜਥੇਬੰਦੀਆਂ ਦੀ ਉਹ ਤਾਕਤ ਨੂੰ ਵੀ ਨੇ ਹਾਰਦਾ ਹੈ ਜਿਹੜੀ ਤਾਕਤ ਦਿੱਲੀ ਦੇ ਵੱਡੇ ਹਾਕਮ ਨੂੰ ਨੀਵੇਂ ਆਉਣ ਲਈ ਮਜਬੂਰ ਕਰਦੀ ਆ, ਆਪਣਾ ਫੈਸਲਾ ਬਦਲਣ ਲਈ ਮਜਬੂਰ ਕਰਦੀ ਆ। ਤੇ ਅੱਜ ਕਿਸਾਨ ਜਥੇਬੰਦੀਆਂ ਦੀ ਮੈਂ ਉਹ ਹਾਲਤ ਵੀ ਦੇਖ ਰਿਹਾ ਜਿਹਦੇ ਵਿੱਚ ਕੋਈ ਇਹਨਾਂ ਨੂੰ ਗੌਲਦਾ ਤੱਕ ਨਹੀਂ। ਮੈਂ ਜ਼ਰੂਰ ਸਮਝਣਾ ਚਾਹੂੰਗਾ
ਬਲਬੀਰ ਸਿੰਘ ਰਾਜੇਵਾਲ ਸਿਰਫ ਮੁਲਾਂਕਣ ਕਰਦੇ ਹੋਣਗੇ, ਬਾਕੀ ਸਾਰੀਆਂ ਜਥੇਬੰਦੀਆਂ ਵੀ ਕਦੇ ਮੁਲਾਂਕਣ ਕਰਨ, ਕਦੇ ਨਾ ਸੋਚਿਆ ਕਿ ਇੱਕ ਮੁੱਠ ਤਾਕਤ ਨੇ ਕਿੰਨੀ ਵੱਡੀ ਪ੍ਰਾਪਤੀ ਦਿੱਤੀ ਸੀ। ਤੁਹਾਡੀ ਇੱਕ ਕਾਲ ਤੇ ਕਿੰਨੇ ਫੈਸਲੇ ਹੋ ਜਾਂਦੇ ਸੀ। ਲੋਕਾਂ ਨੂੰ ਲੱਗਦਾ ਸੀ ਸਾਡੀ ਬੰਦ ਖਲਾਸੀ ਤਰ੍ਹਾਂ ਕਿਸਾਨ ਜਥੇਬੰਦੀਆਂ ਦੀ ਤਾਕਤ ਚੋਂ ਨਿਕਲ ਸਕਦਾ ਹੈ, ਸਮਾਜਿਕ ਰਾਜਨੀਤਿਕ ਫੈਸਲੇ ਕਰਵਾਉਣ ਦੇ ਵਿੱਚ ਇਹਨਾਂ ਦੀ ਤਾਕਤ ਕੰਮ ਆ ਸਕਦੀ ਹੈ। ਲੋਕ ਇਹਨਾਂ ਦੇ ਪਿੱਛੇ ਜਾਣ ਨਾਲ ਮਾਣ ਮਹਿਸੂਸ ਕਰਨ ਲੱਗ ਗਏ। ਮੈਂ ਅੱਜ ਵਾਲੀ ਇਸ ਜਿਹੜੀ ਰੈਲੀ ਆ, ਜਿਹੜੀ ਅੱਜ ਉਹਨਾਂ ਨੇ ਕਾਲ ਦਿੱਤੀ ਸੀ, ਇਹਦੇ ਬਾਰੇ ਤੁਹਾਡੇ ਤੋਂ ਜ਼ਰੂਰ ਸਮਝਣਾ ਚਾਹੂੰਗਾ। ਤੇ ਦੂਜੇ ਬੰਨੇ ਮਟਕਾ ਚੌਂਕ ਤੋਂ 25 ਵਾਲੇ ਸ਼ਮਸ਼ਾਨ ਘਾਟ ਦੇ ਨੇੜੇ, ਤੇ ਮੈਨੂੰ ਲੱਗਦਾ ਉੱਥੇ ਵੀ ਘੱਟ ਹੁਣ ਤਾਂ ਚੰਡੀਗੜ੍ਹ ਦੀਆਂ ਬਰੂਹਾਂ ਤੋਂ ਪਰੇ ਪਰੇ ਹੀ ਰੱਖ ਲਿਆ ਜਾਂਦਾ। ਗੱਲ ਜ਼ਰੂਰ ਤੋਰਿਓ। ਅਸਲ ਦੇ ਵਿੱਚ ਜਿਹੜਾ ਮਾਮਲਾ ਅੱਜ ਸੀਗਾ ਉਹ 4-5 ਮੇਜਰ ਮੰਗਾਂ ਨੇ। ਇੱਕ ਤਾਂ ਪਾਣੀਆਂ ਦਾ ਬੇਸਿਕ ਸਵਾਲ ਹੈ ਤੇ ਇਮੀਡੀਏਟ ਸਵਾਲ ਸੀਗਾ ਹੜ੍ਹਾਂ ਦਾ ਸਵਾਲ। ਚੀਫ ਮਿਨਿਸਟਰ ਬਾਰ-ਬਾਰ ਕਹਿੰਦੇ ਨੇ ਜਾ ਕੇ ਲੋਕਾਂ ਦੇ ਵਿੱਚ, ਮਰੀ ਹੋਈ ਮੁਰਗੀ ਦਾ ਵੀ ਦੇਵਾਂਗੇ, ਬੱਕਰੀ ਦਾ ਵੀ ਦੇਵਾਂਗੇ, ਫਲਾਣੇ ਦਾ ਵੀ ਦੇਵਾਂਗੇ। ਬੰਦੇ ਤੋਂ ਕਹਿੰਦੇ ਪੈਸੇ ਕਿੱਥੇ ਨੇ? ਉੱਥੇ ਜਾਓ ਤਾਂ ਸਹੀ, ਕਿਸੇ ਨੂੰ ਪੁੱਛ ਤਾਂ ਲਓ ਮਾੜਾ ਮੋਟਾ, ਕਿਹਦਾ ਮਰ ਗਿਆ ਕਿਹਦਾ ਨਹੀਂ ਹੈ, ਤੇ ਤੁਸੀਂ ਦਿੰਦੇ ਕਿਉਂ ਨਹੀਂ ਪੈਸੇ? ਤੁਸੀਂ ਕਹਿੰਦੇ ਖਜ਼ਾਨੇ 'ਚ ਵੀ ਬਹੁਤ ਪੈਸੇ ਪਏ ਨੇ। ਲੋਕਾਂ ਨੇ ਜਿਨ੍ਹਾਂ ਨੇ ਦੁਬਾਰਾ ਸੋਇੰਗ ਕਰਨੀ ਹੈ, ਆਪਣੀ ਫਸਲ ਦੁਬਾਰਾ ਬੀਜਣੀ ਹੈ, ਕੋਈ ਸੀਡ ਲੈਣਾ, ਕੋਈ ਕੁਛ ਲੈਣਾ, ਉਹਨੂੰ ਕੋਈ ਦਿਓ ਤਾਂ ਸਹੀ ਨਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਬਾਅਦ ਦੇ ਵਿੱਚ ਤੁਸੀਂ ਉਹ ਗੱਲ ਕਰ ਲਿਓ। ਔਰ ਦੂਜਾ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਹੁਣ ਤੱਕ ਦਾ ਰੂਲ ਨੇ, ਨਿਯਮ ਨੇ, ਉਹ ਸਾਰੇ ਬਦਲਨੇ ਪੈਣਗੇ। ਉਸ ਪੈਮਾਨੇ ਦੇ ਮੁਤਾਬਕ ਦਿਓਗੇ ਜੋ ਅੱਜ ਦੀ ਕਾਸਟ ਹੈ, ਨਾ ਕਿ ਇਸ ਪੈਮਾਨੇ ਦੇ ਮੁਤਾਬਕ ਜੋ ਪੁਰਾਣੇ ਰੂਲ ਆ। ਉਹ ਵੀ ਨੈਸ਼ਨਲ ਲੈਵਲ ਦੇ ਰੂਲ ਬਣੇ ਹੋਏ ਨੇ। ਨੈਸ਼ਨਲ ਲੈਵਲ ਦੇ ਔਰ ਪੰਜਾਬ ਦਾ ਡਿਫਰੈਂਸ ਹੈ ਬਹੁਤ ਜ਼ਿਆਦਾ, ਮਤਲਬ ਕਾਸਟ ਆਫ ਪ੍ਰੋਡਕਸ਼ਨ ਦੇ ਮਾਮਲੇ ਦੇ ਵਿੱਚ ਲੈ ਕੇ ਜਾਂ ਬਾਕੀ ਚੀਜ਼ਾਂ ਨੂੰ ਲੈ ਕੇ, ਜੀਵਨ ਸਟੈਂਡਰਡ ਨੂੰ ਵੀ ਲੈ ਕੇ, ਉਹ ਸਾਰੀਆਂ ਚੀਜ਼ਾਂ ਸੀਗੀਆਂ ਜਿਹਦੇ ਤੇ ਉਹਨਾਂ ਨੇ ਅੱਜ ਇਹ ਆਵਾਜ਼ ਉਠਾਈ ਕਿ ਪੰਜਾਬ ਸਰਕਾਰ ਵੀ ਇਹ ਕਰੇ ਤੇ ਇਨ ਦੀ ਲੌਂਗ ਰਨ ਜਿਹੜੇ ਪਾਣੀ ਦੇ ਮੁੱਦੇ ਨੇ ਤੇ ਅੱਗੇ ਲਈ ਉਹਦੇ ਤੇ ਗੱਲ ਕਰਨ ਦਾ ਸਵਾਲ ਹੈ। ਦੂਜੀ ਗੱਲ ਇਹ ਹੈ, ਮੈਨੂੰ ਇਹ ਲੱਗਦਾ ਕਿ ਜਿਹੜਾ ਮਟਕਾ ਚੌਕ ਦਾ ਸਵਾਲ ਵੀ ਹੈ ਜਾਂ ਚੰਡੀਗੜ੍ਹ 'ਚ ਪ੍ਰੋਗਰਾਮ ਕਰਨ ਦਾ, ਸਾਡਾ ਪੋਲੀਟੀਸ਼ੀਅਨ ਤੇ ਇੰਟੈਲੈਕਚੁਅਲ ਜਿਹੜਾ ਉਹ ਸਭ ਤੋਂ ਜ਼ਿਆਦਾ ਬੜਾ ਜ਼ਿੰਮੇਵਾਰ ਹੈ। ਔਰ ਅੱਜ ਤੱਕ ਜਿੰਨੀਆਂ ਡਾਂਗਾਂ ਚੰਡੀਗੜ੍ਹ 'ਚ ਵੜਨ ਲਈ ਕਿਸਾਨ ਜਥੇਬੰਦੀਆਂ ਨੇ ਖਾਧੀਆਂ ਨੇ, ਕਿਸਾਨਾਂ ਨੇ ਸਿਰ ਪੜਵਾਏ ਨੇ, ਸ਼ਾਇਦ ਕਿਸੇ ਨੇ ਨਹੀਂ ਪੜਵਾਏ। ਔਰ ਮੇਰੇ ਯਾਦ ਹੈ 25 ਸੈਕਟਰ ਤੋਂ ਚੱਲ ਕੇ ਵੀ ਉਹ ਪਰੇਡ ਗਰਾਊਂਡ ਤੱਕ ਪਹੁੰਚਣ ਦੇ ਲਈ ਜਿੰਨੀ ਲੜਾਈ ਹੋਈ, ਔਰ 307 ਦੇ ਮੁਕੱਦਮੇ ਹੋਏ 150 ਬੰਦਿਆਂ ਦੇ ਉੱਤੇ। ਬਾਕੀ ਸੁਸਾਇਟੀ ਕਿੱਥੇ ਹੈ ਜਿਹੜੀ ਚੰਡੀਗੜ੍ਹ ਦੇ ਆਲੇ ਦੁਆਲੇ ਸੀ? ਤੇ ਬਾਕੀ ਦੇ ਲੋਕ ਨੇ ਜਿਹੜੇ ਖੜੇ ਨਹੀਂ ਮੁਕੱਦਮੇ, ਉਹਨਾਂ ਦੇ ਭੁਗਤੇ ਨੇ। ਉਸ ਤੋਂ ਬਾਅਦ ਵੀ ਜਾ ਕੇ ਟੁੱਟੇ ਹੋਏ ਵਹੀਕਲਾਂ ਦੇ ਮੁਆਵਜ਼ਾ ਕਿਹਨੇ ਦੇਣਾ ਸੀ ਇਕੱਠਾ ਕਰ ਕਰਕੇ, ਜਿਨ੍ਹਾਂ ਦੇ ਫੁੱਟ ਗਏ ਜਾ ਕੇ ਟਰੈਕਟਰ ਭੰਨ ਤੇ ਕਿਸੇ ਦਾ ਕੁਝ ਭੰਨ ਤਾਂ ਪੁਲਿਸ ਨੇ ਜਾਣਬੁੱਝ ਕੇ ਭੰਨੇ। ਔਰ ਐਨ ਦੇਖੀਆਂ ਫੋਟੋਆਂ ਛਪੀਆਂ ਅਖਬਾਰਾਂ 'ਚ ਦੇਖੀਆਂ ਹੋਣਗੀਆਂ ਲੋਕਾਂ ਨੇ। ਔਰ ਇਸੇ ਕਰਕੇ ਲਗਾਤਾਰ ਇਹ ਸੈਟਅਪ ਬਣਦਾ। ਹਰ ਵਾਰ ਕਿਸਾਨ ਨਹੀਂ ਸਿਰ ਫੜਵਾ ਸਕਦਾ ਕੱਲਾ, ਹਰ ਵਾਰ ਬਾਕੀ ਚੀਜ਼ਾਂ ਨਹੀਂ। ਉਹਨਾਂ ਨੇ ਸਾਰੀ ਡੈਮੋਕ੍ਰੇਸੀ ਦਾ ਠੇਕਾ ਨਹੀਂ ਮੇਰੇ ਖਿਆਲ ਕੱਲਿਆਂ ਨੇ ਲਿਆ। ਬਾਕੀ ਸੁਸਾਇਟੀ ਸੋ ਕਾਲਡ ਜਿਹੜੀ ਪੜ੍ਹੀ ਲਿਖੀ ਹੈ ਉਹ ਜ਼ਿਆਦਾ ਡੈਮੋਕ੍ਰੇਟ ਹੋਣੀ ਚਾਹੀਦੀ ਹੈ, ਉਹਨੂੰ ਜ਼ਿਆਦਾ ਸਮਝ ਹੈ ਜਮਹੂਰੀਅਤ ਦੀ, ਹੱਕਾਂ ਦੀ ਜ਼ਿਆਦਾ ਸਮਝ ਹੈ ਕਿਉਂਕਿ ਪੜ੍ਹੀ ਲਿਖੀ ਹੈ। ਤੇ ਇੱਥੇ ਸਾਰੇ ਲੋਕ ਰਹਿੰਦੇ ਨੇ। ਪੰਜਾਬ ਯੂਨੀਵਰਸਿਟੀ 'ਚ 15,000 ਜਵਾਕ ਪੜ੍ਹਦਾ, ਪੜ੍ਹਿਆ ਲਿਖਿਆ। ਬਾਕੀ ਦੇ ਉਹ ਵੀ ਪੰਜਾਬ ਤੋਂ ਤੇ ਆਲੇ ਦੁਆਲੇ ਆਉਂਦੇ ਨੇ, ਤੇ ਹੋਰ ਕਾਲਜਾਂ 'ਚ ਇੰਨੇ ਲੋਕ ਪੜ੍ਹਦੇ ਨੇ। ਇੰਨਾ ਬਿਜ਼ਨਸਮੈਨ ਕਮਿਊਨਿਟੀ ਦੇ ਬਾਕੀ ਦੇ ਸਵਾਲ ਨੇ। ਇੱਕ ਤਾਂ ਇਹ ਸਵਾਲ ਹੈ ਕਿ ਉਹ ਅਜੇ ਵੀ ਜਦੋਂ ਆਉਂਦੇ ਨੇ ਤਾਂ ਪੁਲਿਸ ਨਾਲ ਇੱਟ ਖੜਕਾ ਹੁੰਦਾ ਇੱਕ ਹੱਦ ਤੱਕ, ਚਾਹੇ ਉਹ ਮੋਹਾਲੀ ਦੇ ਬਾਰਡਰ ਤੇ ਹੋਵੇ ਚਾਹੇ ਆਲੇ ਦੁਆਲੇ ਹੋਵੇ, ਜਿੰਨੀ ਕੋਸ਼ਿਸ਼ ਹੁੰਦੀ ਹੈ ਟਰਾਈ ਹੁੰਦੀ ਆ ਉਹ। ਦੂਜੀ ਗੱਲ ਇਹ ਇਸ ਕਰਕੇ ਨਹੀਂ ਮੇਰਾ ਖਿਆਲ ਬਾਹਰ ਜਾ ਰਹੇ ਕਿ ਕਿਸਾਨਾਂ ਨੇ ਬਹੁਤ ਜ਼ਿਆਦਾ, ਇੱਕ ਵੀ ਚੰਡੀਗੜ੍ਹ ਦੇ ਵਿੱਚ ਪ੍ਰੋਟੈਸਟ ਹਿੰਸਕ ਨਹੀਂ ਸੀ ਹੋਇਆ ਜਦ ਇਹ ਬੰਦ ਕੀਤਾ ਹੈ। ਇਹ ਕੇਵਲ ਮਾਰਕੀਟਿੰਗ ਦਾ ਕੁਐਸਚਨ ਹੈ। ਤਾਜ ਹੋਟਲ ਜਦੋਂ ਬਣਿਆ ਉਹਦੇ ਨਾਲ ਜੁੜੀ ਹੋਈ ਗੱਲ ਹੈ। ਤੇ ਗਵਰਨਰ ਦੇ ਉਸ ਸਮੇਂ ਦੇ ਨਾਲ ਕੀ ਗਿਟਮਿਟ ਸੀ, ਚੱਕ ਕੇ ਇੱਕ ਨੋਟੀਫਿਕੇਸ਼ਨ ਕਰਤਾ ਕਿ ਮਟਕਾ ਚੌਕ ਤੇ ਨਹੀਂ ਜਾ ਸਕਦੇ ਤੁਸੀਂ। ਔਰ ਅਗਲੀ ਗੱਲ, ਪੰਜਾਬ ਦੀਆਂ ਅਖਬਾਰਾਂ ਚੰਡੀਗੜ੍ਹ ਤੋਂ ਛਪਦੀਆਂ ਜਾਂ ਨੈਸ਼ਨਲ ਲੈਵਲ ਤੋਂ ਛਪਦੀਆਂ ਜਾਂ ਟੀਵੀ, ਕਿਸਾਨਾਂ ਨੂੰ ਕਵਰ ਕਰਨ ਲਈ ਕ੍ਰਾਈਮ ਰਿਪੋਰਟਰ ਜਾਂਦਾ ਹੈ। ਇੱਕ ਵੀ ਰਿਪੋਰਟਰ ਨਹੀਂ ਹੈ ਕਿਸੇ ਕੋਲ ਜਿਹੜਾ ਕਿਸਾਨ ਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਲਈ ਡੈਡੀਕੇਟਡ ਹੋਵੇ, ਕਿ ਉਹਨੂੰ ਸਮਝ ਹੋਵੇ। ਇਸੇ ਲਈ ਫੋਟੋਆਂ ਇਹ ਛਪਦੀਆਂ ਨੇ ਕਿ ਠੇਕੇ ਤੇ ਕਿੰਨੇ ਕਿਸਾਨ ਖੜੇ ਨੇ। ਇਸ ਤੋਂ ਬਾਅਦ ਰੈਲੀ ਤੋਂ ਮੁੜਦੇ ਹੋਏ ਜਦੋਂ ਇੱਥੇ ਲੰਮਾ ਸੰਘਰਸ਼ ਵੀ ਚੱਲਿਆ, ਉਦੋਂ ਠੇਕਿਆਂ ਦੀਆਂ ਖਬਰਾਂ ਜ਼ਿਆਦਾ ਛਪਦੀਆਂ ਸੀ। ਮੇਰੇ ਯਾਦ ਹੈ ਇੱਕ ਪੱਤਰਕਾਰ ਨੇ ਲੋਕਲ ਐਕਸਪ੍ਰੈਸ ਦੇ ਵਿੱਚ ਛਾਪਤੀ ਵੱਡੀ ਖਬਰਾਂ ਛਪੀਆਂ ਸੀ। ਸਵੇਰੇ ਇੱਕ ਦੂਜਾ ਹੀ ਪੱਤਰਕਾਰ ਸਾਥੀ ਸੀ, ਉਹਨੇ ਉਹਦੇ ਫਾਦਰ ਨੂੰ ਫੋਨ ਲਾ ਲਿਆ। ਉਹਦੇ ਫਾਦਰ ਨੂੰ ਕਹਿੰਦਾ ਤੁਹਾਡਾ ਹੀ ਮੁੰਡਾ ਇਹ ਪੱਕਾ? ਮੈਨੂੰ ਤਾਂ ਨਹੀਂ ਲੱਗਦਾ ਵੀ ਇਹ ਤੁਹਾਡਾ ਹੀ ਜੱਟਾਂ ਦਾ ਮੁੰਡਾ। ਤੇ ਬੜਾ ਕਲਾਸਿਕ ਕੇਸ ਹੈ। ਹਾਂ, ਬੜਾ ਕਲਾਸਿਕ ਕੇਸ ਹੈ। ਉਹ ਕਹਿੰਦਾ ਵੀ ਤੂੰ ਕੱਲੀ ਸ਼ਰਾਬ ਦੀਂਦੀ ਆ, ਉਹ ਨਹੀਂ ਪੈਂਦੀ ਤੇ ਮੱਛਰ ਲੜਦਾ ਜੇ ਬੰਦੇ ਨੇ ਉੱਥੇ ਜਾ ਕੇ। ਨਾਰਮਲ ਪੰਜਾਬੀ ਕਲਚਰ 'ਚ ਹੈ, ਇਹ ਮੇਜਰ ਚੀਜ਼ ਤਾਂ ਨਹੀਂ ਹੋਊਗੀ ਨਾ। ਠੀਕ ਹੈ, ਇਹ ਕਿਹਾ ਜਾ ਸਕਦਾ ਕਿ ਨਹੀਂ ਜੀ ਚਲੋ
ਨਾ ਪਬਲਿਕਲੀ ਉਸ ਲੈਵਲ ਤੇ ਪੀਓ, ਪਰ ਇਹ ਕ੍ਰਾਈਮ ਕਿੱਡਾ ਕੁ ਵੱਡਾ ਹੋ ਗਿਆ, ਤੁਸੀਂ ਵੀ ਤਾਂ ਸਾਰੇ ਪੀ ਕੇ ਅੰਦਰ ਬਹਿੰਦੇ ਹੀ ਹੋ। ਇਹ ਇੱਕ ਕੁਐਸਚਨ ਨੇ ਜਿਹੜੇ ਸੁਸਾਇਟੀ ਨੂੰ ਓਵਰਆਲ ਸੋਚਣੇ ਪੈਣਗੇ ਮੇਰੇ ਖਿਆਲ ਹੈ। ਡੈਮੋਕ੍ਰੇਸੀ ਦੀ ਲੜਾਈ ਸਮੁੱਚੀ ਸੁਸਾਇਟੀ ਦੀ ਲੜਾਈ ਹੁੰਦੀ, ਤੁਸੀਂ ਉਹਦੇ ਖਿਲਾਫ ਖੜਦੇ ਹੋ ਸਾਰੇ, ਨਾ ਕਿ ਇਹ ਕਹਿੰਦੇ ਹੋ ਕਿ ਡੈਮੋਕ੍ਰੇਸੀ ਦੀ ਲੜਾਈ ਲੜ ਰਹੇ ਨੇ ਕਿ ਚੰਗੀ ਲੜਾਈ ਲੜ ਰਹੇ ਨੇ। ਔਰ ਮੈਨੂੰ ਲੱਗਦਾ ਰਾਜੇਵਾਲ ਉਹਨਾਂ ਨੇ ਜਿਹੜਾ ਅੱਜ ਸੱਦਾ ਦਿੱਤਾ ਕਿ ਅਗਲੇ ਵਾਰੀ ਅਸੀਂ ਉੱਥੇ ਜਾਵਾਂਗੇ ਚੰਡੀਗੜ੍ਹ 'ਚ, ਸਾਨੂੰ ਜਾਣਦੇ ਕੋਈ ਤਰੀਕਾ ਸੋਚਾਂਗੇ, ਅਸੀਂ ਇੱਥੇ ਨਹੀਂ ਬੈਠਣਾ ਬਾਰ-ਬਾਰ ਜਾ ਕੇ ਕਿ ਅਸੀਂ ਬਾਹਰ ਬੈਠ ਗਏ ਇੱਥੋਂ ਮੁੜਿਆ। 25 ਸੈਕਟਰ ਹੁਣ ਕੋਈ ਨਹੀਂ ਜਾਂਦਾ, ਉਹ ਮੋਹਾਲੀ ਜਾਂਦੇ ਨੇ, ਮੋਹਾਲੀ ਤੋਂ ਜਿੱਥੇ ਰੋਕ ਲਾਉਂਦੇ ਨੇ ਉੱਥੇ ਜਾ ਕੇ ਟਰਾਈ ਕਰਦੇ ਨੇ ਵੀ ਘੱਟੋ ਘੱਟ ਜਿਹੜਾ ਗੇਟਵੇ ਆਫ ਪੰਜਾਬ ਨਾਲ ਚੰਡੀਗੜ੍ਹ ਜੁੜਦਾ ਉਹ ਸੜਕ ਤੇ ਤਾਂ ਬੈਠੀਏ ਨਾ। ਸੜਕ ਰਿਕਾਰਡ ਦਾ ਜ਼ਿੰਮੇਵਾਰ ਕੌਣ ਹੈ? ਰਿਕਾਰਡ ਦਾ ਜ਼ਿੰਮੇਵਾਰ ਉਹ ਆਰਡਰ ਹੈ, ਨਾ ਕਿ ਰਿਕਾਰਡ ਦਾ ਜ਼ਿੰਮੇਵਾਰ ਫਾਰਮਰ ਹੈ ਜਾਂ ਕੋਈ ਜਥੇਬੰਦੀ ਹੈ ਉਸ ਪੱਧਰ ਦੇ ਉੱਤੇ। ਇਹਨੂੰ ਬੜੇ ਵੱਡੇ ਪੱਧਰ ਤੇ ਸੋਚਣ ਦਾ ਸਵਾਲ ਹੈ। ਸਾਰੀਆਂ ਲੈਫਟ ਦੀਆਂ ਜਥੇਬੰਦੀਆਂ ਨੇ, ਟ੍ਰੇਡ ਯੂਨੀਅਨਾਂ ਨੇ, ਇੱਥੇ ਫੈਕਟਰੀਆਂ 'ਚ ਕੰਮ ਕਰਨ ਵਾਲੇ ਬੰਦੇ ਨੇ, ਉਹ ਕਿੱਥੇ ਗਏ? ਉਹਨਾਂ ਨੂੰ ਵੀ ਤਾਂ ਸਾਰਿਆਂ ਨੂੰ ਜਦੋਜਹਿਦ ਕਰਨੀ ਚਾਹੀਦੀ ਹੈ, ਜਿਹੜੇ ਸਾਰੇ ਰਲ ਮਿਲ ਕੇ। ਜਮਹੂਰੀਅਤ ਇੱਕ ਜੀਵਨ ਜਾਂਚ ਦਾ ਨਾਂ ਹੈ, ਮਤਲਬ ਇਸ ਗੱਲ ਦੇ ਵਾਸਤੇ ਜ਼ਰੂਰੀ ਹੈ। ਸਾਡਾ ਜੇ ਉਹ ਸ਼ਹਿਰ ਹੈ ਤਾਂ ਸਾਡਾ ਲੱਗਣਾ ਵੀ ਚਾਹੀਦਾ ਨਾ, ਸਾਨੂੰ ਇਜਾਜ਼ਤ ਵੀ ਹੋਣੀ ਚਾਹੀਦੀ ਹੈ। ਅੱਜ ਤਾਂ ਤੁਸੀਂ ਦੇਖ ਲਓ ਕਿੰਨੇ ਮੁਜ਼ਾਹਰੇ ਹੋਏ ਨੇ, ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਨੇ ਕਰਤਾ ਕਿ ਜੀ ਬਾਹਰਲੇ ਨੂੰ ਡਬਲ ਦੇਣਾ ਪਊਗਾ। ਕੋਈ ਰੌਲਾ ਪਿਆ? ਮੈਨੂੰ ਤਾਂ ਲੱਗਦਾ ਕੋਈ ਰੌਲਾ ਨਹੀਂ, ਮੈਂ ਤਾਂ ਦੇਖਿਆ ਹੀ ਨਹੀਂ ਕਿਤੇ ਕੋਈ ਬੋਲ ਰਿਹਾ। ਪਾਰਟੀਆਂ ਤਾਂ ਨਹੀਂ ਬੋਲਦੀਆਂ ਕਿਉਂਕਿ ਪਾਰਟੀਆਂ ਦੇ ਦਫ਼ਤਰ ਨੇ ਇੱਥੇ, ਉਹ ਆਪਦੇ ਦਫ਼ਤਰ 'ਚ ਇਕੱਠ ਕਰਦੀਆਂ ਨੇ ਜਦ ਉਹਨਾਂ ਨੇ ਜਿੰਨਾ ਕੁ ਕਰਨਾ ਵੀ ਹੁੰਦਾ। ਮੈਂ ਤਾਂ ਉਹਨਾਂ ਨੇ ਰੀਅਲ ਸਟਰਗਲ ਲੜਨੀ ਹੋਣੀ ਹੁੰਦੀ, ਸੋਸ਼ੇਬਾਜ਼ੀ ਕਰਨੀ, ਆਪਣੇ ਦਫ਼ਤਰ ਤੋਂ ਤੁਰਦੇ ਨੇ ਗੇਟ ਜੇ ਤੇ ਪਾਣੀ ਪੂਣੀ ਪਵਾ ਕੇ ਉੱਥੇ ਦਫ਼ਤਰ 'ਚ ਮੁੜੇ ਆਉਂਦੇ ਨੇ। ਕਾਂਗਰਸ 15 ਸੈਕਟਰ ਚਲੀ ਜਾਂਦੀ ਹੈ ਤੇ ਅਕਾਲੀ ਦਲ 28 ਸੈਕਟਰ ਕਈ ਵਾਰ ਮਾੜਾ ਮੋਟਾ ਕਰਕੇ ਚਲਾ ਜਾਂਦਾ, ਉਧਰ ਨੂੰ ਤੁਰਦਾ ਤੇ ਬਾਕੀ ਦੇ ਮਾਮਲੇ ਨੇ। ਇਸੇ ਲਈ ਆਪ ਮੰਗ ਰਹੀ ਹੈ ਵੀ ਸਾਡੇ ਤਾਂ ਚੰਡੀਗੜ੍ਹ 'ਚ ਦਫ਼ਤਰ ਹੋਣ, ਪੰਜਾਬ ਦਾ ਬਾਕੀ ਬੰਦੇ ਦਾ ਦਫ਼ਤਰ ਨਹੀਂ ਹੋਏਗਾ, ਨਾ ਕਿਸਾਨ ਦਾ, ਨਾ ਮਜ਼ਦੂਰ ਦਾ, ਨਾ ਕਿਸੇ ਬਾਕੀ ਬੰਦੇ ਦਾ ਜਥੇਬੰਦੀਆਂ ਦੇ, ਕਿ ਉਹ ਆ ਕੇ ਇੱਥੇ ਬੈਠ ਕੇ ਗੱਲ ਕਰ ਲਿਆ ਕਰਨ ਤੇ ਉਸ ਸਾਰੇ ਮਾਮਲੇ ਦੇ ਵਿੱਚ। ਇਸ ਲਈ ਉਹ ਪੋਲੀਟੀਕਲ ਇੱਕ ਐਟੀਟਿਊਡ ਦਾ ਸਵਾਲ ਹੈ, ਜਿਹੜਾ ਅਨਡੈਮੋਕ੍ਰੈਟਿਕ ਐਟੀਟਿਊਡ ਸਿਆਸਤ ਦਾ ਬਣਿਆ ਹੋਇਆ। ਤੁਸੀਂ ਬੜੀ ਖੂਬਸੂਰਤ ਗੱਲ ਕੀਤੀ ਹੈ ਕਿ ਕਿਸਾਨ ਸਿਰ ਕਿਉਂ ਪੜਵਾਵੇ, ਬਾਕੀ ਕਿੱਥੇ ਨੇ। ਦਰਅਸਲ ਜਿਹੜਾ ਸੰਗਠਿਤ ਹੋਊਗਾ, ਜਿਹਦੇ ਤੋਂ ਉਮੀਦ ਹੋਊਗੀ, ਉਧਰ ਨਜ਼ਰ ਜਾਂਦੀ ਹੈ। ਨਜ਼ਰ ਕਿਉਂਕਿ ਇਹਨਾਂ ਨੇ ਸਟਰਗਲ ਕੀਤੀ ਆ, ਇਹਨਾਂ ਅੰਦੋਲਨ ਨਾਲ ਲੜ ਕੇ ਜਿੱਤੇ ਨੇ। ਪੋਲੀਟੀਕਲ ਪਾਰਟੀਆਂ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। ਜਿਹੜੀਆਂ ਸਟੂਡੈਂਟ ਆਰਗੇਨਾਈਜੇਸ਼ਨਸ ਨੇ ਉਹਨਾਂ ਦਾ ਵੈਸੇ ਹੀ ਇਹਨਾਂ ਨੇ ਖਤਮ ਕਰਤਾ ਸੰਕਲਪ ਹੀ। ਔਰ ਬਾਕੀ ਕੌਣ ਬਚੇ? ਇਹੀ ਬਚਦੇ ਸੀ, ਇਹਨਾਂ ਵੱਲ ਹੀ ਧਿਆਨ ਸੀ ਕਿ ਇਹੀ ਲੜਨਗੇ। ਇਹਨਾਂ ਦੇ ਪਿੱਛੇ ਪੰਜਾਬੀ ਲੱਗਣ ਨੂੰ ਤਿਆਰ ਸੀਗੇ, ਲਗਾਤਾਰ ਲੱਗਦੇ ਵੀ ਰਹੇ ਆ। ਪਰ ਹੁਣ ਇੱਕ ਵਾਰੀ ਫਿਰ ਰਾਜੇਵਾਲ ਜਾਂ ਉਗਰਾਹਾਂ ਜਾਂ ਬਾਕੀ, ਅਸੀਂ ਇਹ ਨਹੀਂ ਜਾਣਦੇ ਕਿ ਕਿਹੜਾ ਕਿਸ ਵਿਚਾਰ ਦਾ ਹੈ, ਕੌਣ ਕਾਮਰੇਡ ਹੈ ਜਾਂ ਕੌਣ ਸਿੱਖ ਫੇਸ ਹੈ ਜਾਂ ਕੌਣ ਕਿਹੜਾ ਹੈ, ਉਹਦੀ ਵਿਚਾਰ ਕੀ ਹੈ, ਉਹਦੀ ਧਾਰਾ ਕੀ ਹੈ। ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਬੁਨਿਆਦੀ ਮੁੱਦਿਆਂ ਦੇ ਉੱਤੇ ਹਰ ਧਾਰਾ ਦਾ ਬੰਦਾ ਇਸ ਬਹਿਣ ਦੇ ਵਿੱਚ ਅੱਗੇ ਵਧੇ। ਸਰਦਾਰ ਜਗਤਾਰ ਸਿੰਘ ਦੀ, ਅਸੀਂ 300 ਧਾਰਾ 70 ਮਨਸੂਖ ਹੋਣ ਤੋਂ ਚੌਥੇ ਸਾਲ 'ਚ ਬੈਠੇ ਆ, ਜਾ ਕੇ 4 ਸਾਲ ਹੋ ਗਏ। ਔਰ 4 ਸਾਲਾਂ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਦਾ ਇਹ ਦਾਅਵਾ ਹੈ ਕਿ ਉੱਥੇ ਹੁਣ ਸ਼ਾਂਤੀ ਹੈ, ਉੱਥੇ ਬਹੁਤ ਸੈਲਾਨੀ ਜਾ ਰਹੇ ਆ, ਉੱਥੇ ਕਾਰੋਬਾਰ ਵੱਧ ਫੁੱਲ ਗਏ, ਉੱਥੇ ਨਵੇਂ ਹੋਟਲ ਆ ਗਏ, ਬਹੁਤ ਕੁਝ ਦਾਅਵੇ ਨੇ। ਪਰ ਅੱਜ ਵੀ ਉੱਥੇ ਦੀ ਸਥਾਨਕ ਲੀਡਰਸ਼ਿਪ ਸਟਰਗਲ ਕਰ ਰਹੀ ਆ ਕਿ ਸਾਡੀ ਆਵਾਜ਼ ਆਉਣ ਦਿਓ। ਗੱਲ ਹੈ ਕਿ ਇਹ ਇੱਕ ਇਤਿਹਾਸਕ ਫੈਸਲਾ ਸੀ 370 ਦਾ, ਪੈਕਟ 2 ਸਾਵਰਨ ਸਟੇਟਸ ਦੇ ਵਿੱਚ, ਉਹਦੇ ਵਿੱਚੋਂ 370 ਨਿਕਲਿਆ ਸੀਗਾ। ਕਸ਼ਮੀਰ ਬਾਕੀ ਸਟੇਟਸ ਦੀ ਤਰ੍ਹਾਂ, ਸਟੇਟਸ ਨਾ ਕਹੋ, ਇਸ ਲਫ਼ਜ਼ ਕਈ ਵਾਰੀ ਰਿਆਸਤ ਕੀ ਨਹੀਂ ਕੀ ਹੋਣਾ ਚਾਹੀਦਾ, ਮੈਂ ਬੜੀ ਵਾਰੀ ਸੋਚਿਆ। ਪੰਜਾਬ ਦੀ ਹਿੰਦੁਸਤਾਨ ਦੀ ਸਿਚੁਏਸ਼ਨ ਬੜੀ ਕਮਾਲ ਦੀ ਹੈ। ਇੱਕ ਕੁਝ ਸਾਵਰਨ ਏਰੀਆਜ਼ ਇੰਡੀਅਨ ਸਬ ਕੰਟੀਨੈਂਟ ਦੇ ਵਿੱਚ ਸੀ। ਇੱਕ ਤਾਂ ਇੱਥੇ ਅੰਗਰੇਜ਼ਾਂ ਦੀ ਸਰਕਾਰ ਸੀ, ਉਹਦੇ ਵਿੱਚ ਕੁਝ ਏਰੀਆ ਸਾਵਰਨ ਸੀ, ਮਤਲਬ ਕਸ਼ਮੀਰ ਸਾਵਰਨ ਸੀ, ਹੈਦਰਾਬਾਦ ਸਾਵਰਨ ਸੀ, ਇਹ ਕਿਸੇ ਸੈਂਟਰ ਸਰਕਾਰ ਦੇ ਅੰਡਰ ਨਹੀਂ ਸੀਗੇ। ਜੂਨਾਗੜ੍ਹ ਸਾਵਰਨ ਸੀ, ਪਟਿਆਲਾ ਸੈਮੀ ਸਾਵਰਨ ਸੀ। ਸੋ ਜਦੋਂ 47 ਦੇ ਵਿੱਚ ਇੰਟੈਗਰੇਸ਼ਨ ਹੁੰਦੀ ਹੈ, ਉਹਦੇ 'ਚ ਸਮੱਸਿਆ ਹੁੰਦੀ ਹੈ ਕਿ ਇਹ ਸਾਰੇ ਏਰੀਆਜ਼ ਨੂੰ ਇਕੱਠਾ ਕਿਵੇਂ ਕਰਨਾ ਹੈ। ਇਸੇ ਕਰਕੇ ਜਿਹੜੀ ਇੰਡੀਆ ਨਾਂ ਦਾ ਕਨਸੈਪਟ ਹੈ ਨਾ, ਇਹਦੇ 'ਚ ਕੰਟਰੋਵਰਸੀ ਕਈ ਵਾਰੀ ਹੁੰਦੀ ਹੈ ਵੀ ਇੱਕ ਮੁਲਕ ਕਦੋਂ ਪਹਿਲੀ ਵਾਰੀ ਬਣਿਆ। 1849 'ਚ ਬਣਿਆ, ਜਦੋਂ ਪੰਜਾਬ ਮਿਲਿਆ, ਇੰਡੀਪੈਂਡੈਂਟ ਸਾਵਰਨ ਸਟੇਟ ਪੰਜਾਬ ਸੀ ਉਸ ਵੇਲੇ। ਜਦੋਂ ਅੰਗਰੇਜ਼ਾਂ ਨੇ ਇਹਨੂੰ ਆਪਣੇ ਰਾਜ ਦੇ ਨਾਲ ਬਣਾਇਆ, ਉਦੋਂ ਵੀ ਸਾਰਾ ਹਿੰਦੁਸਤਾਨ ਨਹੀਂ ਸੀ ਉਹਦੇ ਵਿੱਚ।
ਸੋ ਇਹ ਕਸ਼ਮੀਰ ਦਾ ਪੈਕਟ ਸੀ, ਉਹਦੇ ਵਿੱਚੋਂ 370 ਨਿਕਲਿਆ ਸੀਗਾ। ਚਲੋ ਮੈਰਿਟ ਡੀਮੈਰਿਟ ਤਾਂ ਕਸ਼ਮੀਰ ਦੀ ਡਿਸਕਸ ਸੁਪਰੀਮ ਕੋਰਟ ਦੇ ਵਿੱਚ ਹੋ ਰਹੀ ਹੈ 370 ਦੀ। 4 ਸਾਲ ਪਹਿਲਾਂ ਇੱਕ ਸਿਆਸੀ ਇਹਨਾਂ ਦਾ ਏਜੰਡਾ, ਆਈਡੀਓਲੋਜੀਕਲ ਸਿਆਸੀ ਵੀ ਨਹੀਂ, ਸਿਧਾਂਤਕ ਏਜੰਡਾ ਸਿੰਘ ਪਰਿਵਾਰ ਦਾ, ਇਹ ਪਾਰਟੀ ਸ਼ੁਰੂ ਤੋਂ 370 ਨੂੰ ਅਪੋਜ਼ ਕਰਦੀ ਆ ਰਹੀ ਹੈ। ਸੋ ਇਹਨਾਂ ਦੇ 3 ਏਜੰਡੇ ਸੀਗੇ ਆਈਡੀਓਲੋਜੀਕਲ, 370 ਨੂੰ ਖਤਮ ਕਰਨਾ, ਅਯੋਧਿਆ ਦਾ ਮੰਦਿਰ ਬਣਾਉਣਾ, ਤੇ ਤੀਜਾ ਹੁਣ ਆ ਯੂਨੀਫਾਰਮ ਸਿਵਲ ਕੋਡ। ਇਹ ਇਹਨਾਂ ਦਾ ਏਜੰਡਾ ਨੋਨ ਹੈ, ਉਹਦੇ ਅੰਡਰ ਖਤਮ ਕੀਤਾ ਸੀ ਕਿ ਹੋਰ ਇਸ਼ੂ ਕਰਕੇ ਨਹੀਂ। ਹੁਣ ਇਹ ਜਿਹੜੀ ਗੱਲ ਕਰਦੇ ਆ ਕਿ ਤੁਸੀਂ ਜਿਹੜੀ ਗੱਲ ਕੋਟ ਕੀਤੀ ਹੈ ਵੀ ਇਹਨੇ ਟੂਰਿਸਟ ਵੱਧ ਗਏ, ਆ ਹੋ ਗਿਆ, ਕਿ ਅਸੀਂ ਕਦੇ ਕਸ਼ਮੀਰ ਦੇ ਲੋਕਾਂ ਨਾਲ ਜਾ ਕੇ ਗੱਲ ਕੀਤੀ ਵੀ ਉਹਨਾਂ ਦੀ ਹਾਲਤ ਕੀ ਹੈ। ਜੰਮੂ ਤੇ ਕਸ਼ਮੀਰ ਦੋਵਾਂ 'ਚ ਫਰਕ ਹੈ ਕੁਝ ਜ਼ਿਲ੍ਹਿਆਂ ਦੇ ਵਿੱਚ। ਕੀ ਅਸੀਂ ਮੀਡੀਆ ਨੂੰ ਇਹ ਖੁੱਲ੍ਹ ਹੈ ਕਿ ਆਮ ਲੋਕਾਂ ਜਾ ਕੇ ਉੱਥੇ ਗੱਲ ਕਰਕੇ ਲਿਖਿਆ ਜਾਵੇ ਕੁਛ? ਜੇ ਬਾਹਰੋਂ ਡਿਪਲੋਮੈਟ ਲੈ ਕੇ ਜਾਂਦੇ, ਤੁਸੀਂ ਕੰਡਕਟਰ ਟੂਰ ਕਰਾਉਣੇ ਹੈ ਕਿਸੇ ਸਿਚੁਏਸ਼ਨ ਦੇ ਵਿੱਚ, ਜਦੋਂ ਤੁਹਾਡੇ ਆਪਣੇ MP ਜਾਣਾ ਚਾਹੁੰਦੇ ਸੀਗੇ ਤੁਸੀਂ ਜਾਣ ਨਹੀਂ ਦਿੱਤੇ। ਹੁਣ ਵੀ ਅਨਸੈਟ ਰਿਸਟ੍ਰਿਕਸ਼ਨ ਕਸ਼ਮੀਰ ਦੇ ਵਿੱਚ ਹੈਗੀ ਜੀ, ਕਿ ਲੋਕਾਂ ਨੇ 370 ਵੈਲਕਮ ਕੀਤਾ ਸੀ, ਆਮ ਲੋਕਾਂ ਨੇ। ਕਸ਼ਮੀਰ ਦੇ ਜੰਮੂ ਦੇ ਲੋਕਾਂ ਨੇ ਕੀਤਾ ਹੋਵੇ, ਕੀ ਤੁਸੀਂ ਲਦਾਖ ਨੂੰ ਅਲੱਗ ਕੀਤਾ, ਉਹਦੇ ਪਿੱਛੇ ਕੀ ਬੈਕਗਰਾਉਂਡ ਸੀਗੀ? ਸੋ ਇਸ਼ੂਜ਼ ਬੜੇ ਹੈਗੇ ਆ, ਸੁਪਰੀਮ ਕੋਰਟ ਡਿਸਕਸ ਕਰ ਰਹੀ ਹੈ, ਲੇਕਿਨ ਜੋ ਸਰਕਾਰਾਂ ਕਲੇਮ ਕਰਦੀਆਂ ਉਹ ਵੱਖਰੀ ਚੀਜ਼ ਹੁੰਦੀ ਹੈ। ਜੋ ਸੱਚਾਈ ਹੈ ਉਹ ਵੱਖਰੀ ਹੁੰਦੀ ਹੈ। ਸੱਚਾਈ ਲੋਕਾਂ ਦੀ ਸੱਚਾਈ ਕੀ ਹੈ, ਸ੍ਰੀਨਗਰ ਦੀਆਂ ਗਲੀਆਂ ਦੀ ਸੱਚਾਈ ਕੀ ਹੈ, ਉਹ ਤਾਂ ਲੋਕਾਂ ਸਾਹਮਣੇ ਹੈ ਨਹੀਂ ਗੀ। ਅਸਲੀ ਸੱਚਾਈ ਉੱਥੇ ਪਤਾ ਲੱਗੇਗੀ ਵੀ 370 ਵਿਡਰਾ ਕਰਨ ਦਾ ਸਰ ਕੀ ਹੋਇਆ। ਜੀ ਸਰਦਾਰ ਹਰਮੀਤ ਸਿੰਘ ਜੀ, ਜਦੋਂ ਸੁਪਰੀਮ ਕੋਰਟ ਦੇ ਵਿੱਚ ਇਹ ਸੁਣਵਾਈ ਹੋ ਰਹੀ ਸੀਗੀ ਤਾਂ ਇੱਕ ਸਵਾਲ ਸੁਪਰੀਮ ਕੋਰਟ ਦੀ ਜੱਜਸ ਵੱਲੋਂ ਆਉਂਦਾ ਹੈ। ਉਹ ਕਹਿੰਦੇ ਨੇ ਕਿ ਜੇ ਇਹ ਟੈਂਪਰੇਰੀ ਅਰੇਂਜਮੈਂਟ ਸੀ ਧਾਰਾ 370, ਤਾਂ ਫਿਰ ਇਹਨੂੰ ਪਰਮਾਨੈਂਟ ਕਿਵੇਂ ਮੰਨਿਆ ਜਾਵੇ? ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ, ਤੁਸੀਂ ਤਾਰਾਗਾਮੀ ਜੀ ਆਏ ਸੀ ਤੁਹਾਡੇ ਕੋਲ, ਤੁਸੀਂ ਉਹਨਾਂ ਨਾਲ ਇੱਕ ਲੰਬੀ ਚੌੜੀ ਇੰਟਰਵਿਊ ਵੀ ਕੀਤੀ ਸੀਗੀ, ਸਿਚੁਏਸ਼ਨ ਨੂੰ ਤੁਸੀਂ ਦੂਰੋਂ ਬਹਿ ਕੇ ਵੀ ਸਮਝਦੇ ਹੋ, ਤੇ ਮੈਂ ਚਾਹੁੰਦਾ ਹੈ ਕਿ ਤੁਸੀਂ ਅੱਜ ਦੇ ਦਿਨ ਦੇ ਵਿੱਚ ਇਹਦੇ ਉੱਤੇ ਕੋਈ ਆਪਣੀ ਗੱਲ ਰੱਖੋ। ਇਹਦੇ ਚ ਇੱਕ ਤਾਂ ਗ੍ਰਹਿ ਮੰਤਰੀ ਦਾ ਆਪਣਾ ਬਿਆਨ ਹੈ, ਓਵਰਆਲ ਹਲਫੀਆ ਬਿਆਨ ਗਵਰਨਮੈਂਟ ਆਫ ਇੰਡੀਆ ਨੇ ਸੁਪਰੀਮ ਕੋਰਟ 'ਚ ਦਿੱਤਾ ਸੀ। ਹਾਲਾਂਕਿ ਕੋਰਟ ਨੇ ਕਿਹਾ ਵੀ ਇਹ ਉਹਦੇ ਨਾਲ ਨਹੀਂ ਕੰਸੀਡਰ ਕੀਤਾ ਜਾਏਗਾ, ਕਿਉਂਕਿ ਉਹਨਾਂ ਨੇ ਸਾਰਾ ਦਿੱਤਾ ਕਿ ਪੱਥਰਬਾਜੀ ਦੇ ਕੇਸ ਕਿੰਨੇ ਘਟ ਗਏ, 618 ਸੀਗੇ 2020 ਚ, 21 ਚ, 2022 ਦੇ ਵਿੱਚ 222 ਰਹਿ ਗਏ, ਉਦੋਂ ਬਾਅਦ ਹੁਣ ਤਾਂ 36 ਰਹਿ ਗਏ ਜੀ ਕੇਵਲ। ਇਸੇ ਤਰ੍ਹਾਂ ਡਿਫਰੈਂਟ ਟਾਈਪ ਦੀਆਂ ਜਿਹੜੀਆਂ ਚੀਜ਼ਾਂ ਨੇ, ਜਿਹੜੇ ਅਟੈਕ ਸੀ ਮਿਲਟਰੀ ਦੇ ਉੱਤੇ ਜਾਂ ਬਾਕੀ ਦੇ ਉੱਤੇ, ਉਹ ਕਿੰਨੇ ਘਟ ਗਏ। ਇਹੋ ਜਿਹੀਆਂ ਚੀਜ਼ਾਂ ਦਾ ਫਿਗਰ ਬਣਾ ਕੇ ਉਹਨਾਂ ਨੇ ਦਿੱਤੀ ਹੈ ਜੀ, ਦੇਖੋ ਪਹਿਲਾਂ ਨਾਲੋਂ ਫਰਕ ਇਹ ਪੈ ਗਿਆ। ਤੇ ਦੂਜਾ ਸਵਾਲ, ਸਭ ਤੋਂ ਬੜਾ ਕੁਐਸਚਨ ਇਹਦੇ ਵਿੱਚ ਇਹ ਹੁੰਦਾ ਕਿ ਅਜੇ ਤੱਕ ਕੀ ਕਸ਼ਮੀਰੀਆਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲਿਆ? ਉੱਥੇ ਕੋਈ ਮੀਟਿੰਗ ਕਰਨ ਦਾ ਰਾਈਟ ਹੈ, ਕਿਸੇ ਮਰ ਗਏ ਦੇ ਘਰ ਅਫਸੋਸ ਕਰਨ ਦਾ ਲੀਡਰਸ਼ਿਪ ਨੂੰ ਰਾਈਟ ਹੈ। ਅੱਜ ਵੀ ਹਾਊਸ ਅਰੈਸਟ ਨੇ ਕਸ਼ਮੀਰ ਦੇ ਮੇਨ ਲੀਡਰ ਅੱਜ ਦੇ ਦਿਨ, ਅੱਜ ਕਿਉਂਕਿ ਉਹਨਾਂ ਨੇ ਜੇਕਰ ਕੋਈ ਵੀ ਫੰਕਸ਼ਨ ਜਾਂ ਕਿਤੇ ਕਰਨਾ ਸੀ, ਮਹਿਬੂਬਾ ਮੁਫਤੀ ਤੋਂ ਲੈ ਕੇ PDP ਦੇ ਕਿੰਨੇ ਹੀ ਆਗੂ ਹਾਊਸ ਅਰੈਸਟ ਨੇ, ਔਰ ਡਿਫਰੈਂਟ ਮਾਮਲਿਆਂ 'ਚ NCP ਦੇ ਨੈਸ਼ਨਲ ਕਾਨਫਰੰਸ ਦੇ ਦਫ਼ਤਰਾਂ ਦੇ ਵਿੱਚ ਰੇਡ ਹੋ ਕੇ ਉਹ ਹੈ ਕਿ ਉੱਥੇ ਤੁਸੀਂ ਆਪਣੇ ਦਫ਼ਤਰ ਜਾ ਕੇ ਕੋਈ ਮੀਟਿੰਗ ਨਹੀਂ ਕਰ ਸਕਦੇ। ਜੇ ਹਾਲਾਤ ਇੰਨੇ ਸੁਖਾਵੇਂ ਨੇ ਤਾਂ ਜਾਣ ਦਿਓ, ਜਾ ਕੇ ਆਪਣੀ ਗੱਲ ਕਰ ਲੈਣਗੇ, ਕੀ ਕਰ ਦੇਣਗੇ? ਤੋਪਾ ਥੋੜੀ ਬੀੜੀ ਬੈਠੇ ਨੇ, ਉਹ ਵੀ ਤੁਹਾਡੇ ਵਾਂਗ ਚੁਣੇ ਹੋਏ ਚੀਫ ਮਿਨਿਸਟਰ ਸੀ, ਕਦੇ ਤੁਹਾਡੇ ਵਾਂਗ ਚੁਣੇ ਹੋਏ MLA, ਬਾਕੀ ਚੀਜ਼ਾਂ ਸੀ ਸਾਰੀਆਂ। ਇਹਦਾ ਮਤਲਬ ਉਹ ਕੰਟਰਾਸਟ ਇੱਕ ਮਾਹੌਲ ਦਿਖਾਈ ਦਿੰਦਾ ਜਿਹੜਾ ਵੀ ਮਾਹੌਲ ਆ। ਔਰ ਪਿਛਲੇ ਦਿਨਾਂ ਦੇ ਵਿੱਚ ਕਸ਼ਮੀਰੀ ਪੰਡਤਾਂ ਦੇ ਜਿਹੜੇ ਟਾਰਗੇਟਡ ਕਤਲ ਹੋਏ ਸੀਗੇ ਇਹਨਾਂ ਦਿਨਾਂ ਦੇ ਵਿੱਚ, ਉਹ ਤੁਸੀਂ ਕਿਉਂ ਨਹੀਂ ਫਿਗਰ ਦਿੰਦੇ? ਉਹਨਾਂ ਨੇ ਕਿਹਾ ਨਹੀਂ ਛੱਡ ਕੇ ਚਲੇ ਜਾਵਾਂਗੇ ਜਾਂ ਸਾਨੂੰ ਇੱਥੋਂ ਤਬਦੀਲ ਕਰ ਦਿਓ, ਸਾਡਾ ਟ੍ਰਾਂਸਫਰ ਕਰੋ, ਅਸੀਂ ਕਸ਼ਮੀਰ 'ਚ ਨਹੀਂ ਰਹਿ ਸਕਦੇ। ਤਾਂ ਉਹ ਗਰੰਟੀ ਕਿਵੇਂ ਤੁਸੀਂ ਦੇ ਪਾਏ ਹੋ ਜਾਂ ਕਿਵੇਂ ਕਿਉਂ ਨਹੀਂ ਦੇ ਪਾਏ ਉਸ ਪੱਧਰ ਦੇ ਉੱਤੇ? ਤੇ ਇਦੋਂ ਵੀ ਇੱਕ ਬਹੁਤ ਹੈਰਾਨੀ ਵਾਲੀ ਗੱਲ ਹੈ, ਅੱਜ ਇੱਕ ਇੰਟਰਵਿਊ ਦਿੱਤੀ ਹੈ ਦਿੱਲੀ ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਨੇ, ਮਨੋਜ ਸਿਨਹਾ ਜਿਹੜੇ ਨੇ। ਲੈਫਟੀਨੈਂਟ ਗਵਰਨਰ ਕੀ ਕਹਿ ਰਿਹਾ ਕਿ ਅਸੈਂਬਲੀ ਚੋਣਾਂ ਨਹੀਂ ਹੋਣਗੀਆਂ, ਡੈਮੋਕ੍ਰੇਸੀ ਹੈਗੀ ਆ ਉੱਥੇ, ਪਹਿਲਾਂ ਹੀ MP ਹੈਗੇ ਨੇ ਕਸ਼ਮੀਰ ਤੋਂ, ਅਸੀਂ ਪੰਚਾਇਤੀ ਚੋਣਾਂ ਕਰਾ ਚੁੱਕੇ ਆ, ਤੇ ਅਸੈਂਬਲੀ। ਇਹ ਲੈਫਟੀਨੈਂਟ ਗਵਰਨਰ ਕੌਣ ਹੁੰਦਾ ਇਹ ਬਿਆਨ ਦੇਣ ਵਾਲਾ? ਇਹਦਾ ਮਤਲਬ ਇੰਡੀਅਨ ਸਟੇਟ ਕਿਵੇਂ ਸੋਚ ਰਹੀ ਹੈ, ਕਰਦੀ ਕੀ ਹੈ? ਤੇ ਲੈਫਟੀਨੈਂਟ ਗਵਰਨਰ ਨੂੰ ਇਹ ਹੱਕ ਦੇਤਾ ਕਿ ਚੋਣਾਂ ਕਦੋਂ ਹੋਣੀਆਂ ਨੇ ਅਸੈਂਬਲੀ ਦੀਆਂ, ਕਦੇ ਨਹੀਂ ਹੋਣੀਆਂ। ਉਹ ਇੰਟਰਵਿਊ 'ਚ ਇਹ ਕਹੇਗਾ ਨਹੀਂ ਹੋਣਗੀਆਂ। ਇੱਥੋਂ ਪਤਾ ਲੱਗਦਾ ਕਿ ਸਟੇਟ ਰਨ ਕਿਸ ਤਰੀਕੇ ਦੇ ਨਾਲ ਹੋ ਰਹੀ ਹੈ ਔਰ ਕਿਹੜੇ ਤਰੀਕੇ, ਕਿਵੇਂ ਬਿਊਰੋਕ੍ਰੈਟਿਕ ਕੰਟਰੋਲ ਨਾਲ ਹੋ ਰਹੀ ਹੈ। ਕੋਈ ਡੈਮੋਕ੍ਰੇਸੀ ਦਾ ਜਿਹੜਾ ਸੈਟਅਪ ਨਹੀਂ ਹੈ। ਔਰ ਇਸੇ ਕਰਕੇ ਕਸ਼ਮੀਰੀ ਲੋਕ ਇਹ ਜਾਂ ਬਾਕੀ ਦੀ ਦੁਨੀਆ ਇਹ ਜਾਣਨਾ ਚਾਹੁੰਦੀ ਹੈ, ਜੇ ਹਾਲਾਤ ਉੱਥੇ ਨਾਰਮਲ ਨੇ, ਚਾਹੇ ਤੁਸੀਂ ਡਿਊਟੀ ਬਣਾਤਾ, ਇਹ ਪਹਿਲਾ ਕੇਸ ਹੈ ਕੰਟਰੀ 'ਚ 70 ਸਾਲਾਂ 'ਚ 75 ਸਾਲਾਂ 'ਚ।
ਹੁਣ 75 ਹੋ ਗਏ, ਉਦੋਂ 70 71 ਸਾਲ ਹੋਏ ਸੀ, ਜਿੱਥੇ ਕਿਸੇ ਸਟੇਟ ਦਾ ਦਰਜਾ ਘਟਾ ਦਿੱਤਾ ਹੋਵੇ। ਪਹਿਲਾ ਮਤਲਬ ਹੈ ਕਿ ਡਿਊਟੀ ਚ ਬਦਲਤਾ ਹੋਵੇ। ਦੂਜਾ ਮਾਮਲਾ ਇਹ ਹੈ ਕਿ ਜੇ ਤੁਸੀਂ ਇਹ ਅਚੀਵ ਕਰਨਾ ਸੀ ਕਿ ਸਾਰੇ ਦੇਸ਼ 'ਚ ਬਰਾਬਰ ਦੇ ਅਧਿਕਾਰ ਹੋਣਗੇ, ਸਾਰੀਆਂ ਸਟੇਟਾਂ ਨੂੰ ਕੋਈ ਘੱਟ ਵੱਧ ਨਹੀਂ ਹੋਏਗਾ, ਤਾਂ ਆਰਟੀਕਲ 371 ਤੇ 371 ਵੀ ਖਤਮ ਕਰ ਦਿਓ। ਪਹਿਲਾਂ ਹੀ ਨਾਰਥ ਈਸਟ ਬਣ ਰਿਹਾ ਉਹਦੇ 'ਚ ਤੁਸੀਂ ਦੇਖੋ ਤੁਹਾਡੇ ਨਾਲ ਰਹਿੰਦਾ ਕਿ ਨਹੀਂ, ਖਤਮ ਕਰਕੇ ਦੇਖੋ। ਬਰਾਬਰੀ, ਜੇ ਬਰਾਬਰੀ ਦਾ ਕਨਸੈਪਟ ਸਾਰੇ ਲਿਆ ਰਹੇ ਹੋ, ਜਿੱਥੇ ਤੁਹਾਡੀਆਂ ਸਰਕਾਰਾਂ ਨੇ ਅਸੈਂਬਲੀ 'ਚ ਅੱਜ ਕੱਲ ਡਬਲ ਇੰਜਨ ਦੀਆਂ ਸਰਕਾਰਾਂ ਨੇ, ਤਾਂ ਖਤਮ ਕਰੋ। ਖਤਮ ਨਹੀਂ ਹੋ ਸਕਦਾ ਕਿਉਂਕਿ ਤੁਹਾਨੂੰ ਪਤਾ ਕਿ ਕੰਟਰੀ ਦੀ ਡਾਇਵਰਸਿਟੀ ਇੰਨੀ ਹੈ। ਤੇ ਉਦੋਂ ਅਗਲਾ ਸਵਾਲ, ਜੇਕਰ ਤੁਸੀਂ ਫਿਰ ਵੀ ਇਹ ਕਹਿ ਰਹੇ ਹੋ ਕਿ ਜੀ ਅਸੀਂ ਇਹਨਾਂ ਨੇ ਅਸੈਂਬਲੀ ਕਰਾਉਣੀ ਕਿਉਂ ਨਹੀਂ, ਕਿਉਂਕਿ ਪਿੱਛੇ ਇੱਕ ਚੋਣਾਂ ਕਰਾਉਣ ਦਾ ਇਹਨਾਂ ਨੇ ਵਿੱਚ ਦੀ ਪੰਗਾ ਲੈ ਲਿਆ ਸੀ, ਹਾਲਾਤ ਠੀਕ ਹੋਣਗੇ ਇਸ ਕਾਰਨ ਕਰਕੇ ਡਿਸਟ੍ਰਿਕਟ ਪਲਾਨਿੰਗ ਬੋਰਡਾਂ ਦੀਆਂ ਚੋਣਾਂ ਕਰਾਈਆਂ। ਉਹ ਚ ਮੈਜੋਰਿਟੀ ਉਹ ਜਿਹੜਾ ਅਲਾਇੰਸ ਸੀ, ਗੁਪਕਾਰ ਅਲਾਇੰਸ ਜਿਹੜਾ ਬਣਿਆ ਉਹਨਾਂ ਦਾ, ਜਿਹੜਾ ਉੱਥੇ ਦੀਆਂ ਲੋਕਲ ਪਾਰਟੀਆਂ ਦਾ, ਉਹ ਜਿੱਤ ਗਏ। ਹੁਣ ਤੁਸੀਂ ਚਾਰਜ ਨਹੀਂ ਦਿੰਦੇ ਉਦੋਂ ਬਾਅਦ ਵੀ ਉਹ ਕੰਮ ਕਰਨ, ਕਿਉਂਕਿ ਉਹਨਾਂ ਨੂੰ ਤਾਂ ਤੁਸੀਂ ਸਾਰਾ ਕਰਪਟ ਕਹਿ ਕੇ ਉਹਨਾਂ ਦੀ ਜਗ੍ਹਾ ਨਵੀਂ ਪਾਰਟੀ ਤੁਸੀਂ ਸਿਰਜਣੀ ਸੀ। ਉਹਨਾਂ ਦੇ ਜਿਹੜੇ ਬੰਦੇ ਜਿੱਤੇ ਹੋਏ, ਇਹਨਾਂ ਦੇ ਆਪਦੇ ਤੇ ਸਰਪੰਚ ਨੇ ਹੋਟਲਾਂ 'ਚ ਰੱਖੇ ਨੇ, ਉਹਨਾਂ ਤੇ ਖਰਚਾ ਕਰਦੇ ਨੇ, ਆਪਦੇ ਪਿੰਡ ਬਣਨ ਦੀ ਕਪੈਸਿਟੀ 'ਚ ਨਹੀਂ ਹੈ। ਜੇ ਏਦਾਂ ਹੀ ਹਾਲਾਤ, ਆਪਦੇ ਪਿੰਡ ਦੀ ਤਾਂ ਸਰਪੰਚੀ ਕਰੇ ਜਾ ਕੇ, ਜਿਹਨੂੰ ਤੁਸੀਂ ਪੰਚਾਇਤ ਕਹਿ ਰਹੇ ਹੋ। ਤੇ ਜੇ ਉਹ ਲੋਕਲ ਸਿਚੁਏਸ਼ਨ ਇਹ ਹੈ, ਤਾਂ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਜੀ ਇਹ ਠੀਕ ਹੈ? ਔਰ ਜੇ ਤੁਸੀਂ ਡੈਮੋਕ੍ਰੇਸੀ ਬਹਾਲ ਨਹੀਂ ਕਰ ਸਕਦੇ ਉੱਥੇ ਉਹਨਾਂ ਚਿਰ, ਤਾਂ ਉਹਦਾ ਟਾਈਮ ਬਾਉਂਡ ਵੀ ਤਾਂ ਕੋਈ ਹੋਏਗਾ। ਹੋਮ ਮਿਨਿਸਟਰ ਬਿਆਨ ਦੇ ਦਿੰਦੇ ਨੇ ਕਿ ਜਦੋਂ ਹਾਲਾਤ ਠੀਕ ਹੋ ਗਏ, ਜਦੋਂ ਹਾਲਾਤ ਸਾਨੂੰ ਲੱਗਣਗੇ ਸਾਜ਼ਗਾਰ ਨੇ, ਉਦੋਂ ਉੱਥੇ ਅਸੈਂਬਲੀ ਚੋਣਾਂ ਕਰਾ ਦਿੱਤੀਆਂ ਜਾਣਗੀਆਂ। ਇਹਦਾ ਮਤਲਬ ਸਾਜ਼ਗਾਰ ਨਹੀਂ ਹੈ ਫਿਰ, ਜੇ ਤੁਸੀਂ ਨਹੀਂ ਡੈਮੋਕ੍ਰੈਟਿਕ ਪ੍ਰਕਿਰਿਆ ਸਟਾਰਟ ਕਰਾ ਰਹੇ। ਇਦੋਂ ਪਹਿਲਾਂ ਤਾਂ ਬਾਵਜੂਦ ਮਿਲਟਰੀ ਦੇ, ਬਾਵਜੂਦ ਮਿਲੀਟੈਂਸੀ ਦੇ ਚੋਣਾਂ ਤਾਂ ਹੋ ਹੀ ਰਹੀਆਂ ਸੀ, ਤੇ ਜੇ ਹੁਣ ਚੋਣਾਂ ਵੀ ਨਹੀਂ ਹੋ ਸਕਦੀਆਂ ਤਾਂ ਹਾਲਾਤ ਕਿਹੋ ਜਿਹਾ ਹੋਏਗਾ? ਸਭ ਤੋਂ ਬੜਾ ਕੁਐਸਚਨ ਇਹੀ ਹੈ ਕਿ ਜਿਸ ਢੰਗ ਨਾਲ ਉਹ ਤੋੜਿਆ ਕਾਂਸਟੀਚੁਐਂਟ ਅਸੈਂਬਲੀ ਤੋਂ ਬਿਨਾਂ, ਜਿਹੜਾ ਕਪਲ ਸਿਬਲ ਬਹਿਸ ਕਰ ਰਹੇ ਨੇ ਉਹ ਇਹ ਸੀ ਕਿ ਸੰਵਿਧਾਨ ਘੜਨੀ ਸਭਾ ਜਿਹੜੀ ਕਸ਼ਮੀਰ ਦੀ ਸੀ, ਜੰਮੂ ਕਸ਼ਮੀਰ ਦੀ, ਉਹਦੀ ਰਾਏ ਤੋਂ ਬਿਨਾਂ, ਉਹਦੇ ਮਤੇ ਤੋਂ ਬਿਨਾਂ ਇਹਦਾ ਰੁਤਬਾ ਘਟਾਇਆ ਵਧਾਇਆ ਨਹੀਂ ਜਾ ਸਕਦਾ। ਹੁਣ ਉਹ ਭੰਗ ਹੋ ਗਈ ਜਦੋਂ ਇੱਕ ਵਾਰ ਕਾਂਸਟੀਚੁਐਂਟ ਅਸੈਂਬਲੀ ਥੋੜੀ ਲਗਾਤਾਰ ਰਹਿੰਦੀ ਹੈ, ਤਾਂ ਕੀ ਉਹਨੂੰ ਪਰਮਾਨੈਂਟ ਮੰਨ ਲਓਗੇ ਜਾਂ ਆਰਜੀ ਮੰਨੋਗੇ? ਫਿਰ ਰੌਲਾ ਇਹੀ ਹੈ। ਤੁਸੀਂ ਕਹਿ ਰਹੇ ਹੋ ਪਰਮਾਨੈਂਟ, ਇੱਕ ਉਹਦੇ ਚ ਲਿਖੇ ਦਿੱਤਾ ਗਿਆ ਕਿ ਉਹਦੇ ਤੋਂ ਬਿਨਾਂ ਇਹ ਠੀਕ ਬਦਲਿਆ ਨਹੀਂ ਜਾ ਸਕਦਾ, ਜਿਹੜਾ ਤੁਹਾਡਾ ਰੁਤਬਾ ਹੈ ਉਹ ਹੁਣ ਵਜੂਦ ਚ ਨਹੀਂ ਹੈ। ਇਹ ਹੁਣ ਤੁਸੀਂ ਫੈਸਲਾ ਕਰਨਾ ਵੀ ਕਰਨਾ ਘਟਾਉਣਾ ਜਾਂ ਵਧਾਉਣਾ, ਤਾਂ ਇਦੋਂ ਵੀ ਬਿਨਾਂ ਚਲੋ ਉਹ ਵੀ ਛੱਡ ਦਿਓ ਕਾਂਸਟੀਚੁਐਂਟ ਅਸੈਂਬਲੀ। ਬਾਕੀ ਸਟੇਟਾਂ ਜਿਹੜੀਆਂ ਬਣਦੀਆਂ ਨੇ, ਇਹ ਆਂਧਰਾ ਪ੍ਰਦੇਸ਼ ਤੋਂ ਰੌਲਾ ਪਵਾਇਆ ਇਹਨਾਂ ਨੇ ਸਟਾਰਟ ਕੀਤਾ, ਕੱਲਾ ਇੱਥੇ ਨਹੀਂ ਪਿਆ। ਪਹਿਲਾ ਸਟੇਟ ਤੇਲੰਗਾਨਾ ਬਣਾਇਆ, ਆਂਧਰਾ ਪ੍ਰਦੇਸ਼ ਦੀ ਅਸੈਂਬਲੀ ਦੀ ਮੈਜੋਰਿਟੀ ਨੇ ਰੱਦ ਕੀਤੀ ਸੀ ਬਾਈਫਰਕੇਸ਼ਨ ਕਿ ਨਵੀਂ ਸਟੇਟ ਨਹੀਂ ਚਾਹੀਦੀ। ਉਹਦੇ ਬਾਵਜੂਦ ਗਵਰਨਮੈਂਟ ਆਫ ਇੰਡੀਆ ਨੇ ਬਲਡੋਜ਼ ਕਰਕੇ ਬਣਾਇਆ। ਇਦੋਂ ਪਹਿਲਾਂ ਜਿੰਨੀਆਂ ਸਟੇਟਾਂ ਬਣੀਆਂ, ਜਿੰਨੀਆਂ ਆਲੇ ਦੁਆਲੇ ਨੇ, ਉਹ ਲੋਕਲ ਅਸੈਂਬਲੀ ਦੀ ਪਰਮਿਸ਼ਨ ਤੋਂ ਬਿਨਾਂ ਨਹੀਂ ਬਣੀਆਂ, ਲੋਕਲ ਅਸੈਂਬਲੀ ਦੀ ਮੈਜੋਰਿਟੀ ਦੇ ਮਤੇ ਪਏ ਹੋਏ ਨੇ। ਤੇ ਜੰਮੂ ਕਸ਼ਮੀਰ ਦੇ ਵਿੱਚ ਵੀ ਇੰਨਾ ਹੀ ਤਾਂ ਕਰ ਲੈਂਦੇ ਘੱਟੋ ਘੱਟ, ਜਿਹੜੀ ਪ੍ਰੈਜ਼ੈਂਟ ਕੋਈ ਅਸੈਂਬਲੀ ਸੀ, ਜਾਂ ਚੋਣਾਂ ਕਰਾ ਲੈਂਦੇ, ਜਾਂ ਪਹਿਲਾਂ ਹੀ ਜਿਹੜੀ ਤੁਹਾਡੇ ਨਾਲ ਮਿਲ ਕੇ ਬਣਾਈ ਸੀ ਉਹਦੇ ਤੋਂ ਮਤਾ ਪਵਾ ਲੈਂਦੇ, ਤਾਂ ਕਿ ਉੱਥੇ ਦੇ ਲੋਕਾਂ ਦੀ ਰਾਏ ਤਾਂ ਪਤਾ ਲੱਗ ਜਾਂਦੀ ਕਿ ਉੱਥੇ ਦੇ ਲੋਕਾਂ ਦੀ ਬਿੱਲ ਕੀ ਹੈ। ਤਾਂ ਉਹ ਇੱਕ ਕਾਫੀ ਚੀਜ਼ਾਂ ਨਹੀਂ ਹੁੰਦੀਆਂ। ਉਹ ਬਹੁਤ ਵਾਰੀ ਲੋਕ ਕਹਿੰਦੇ ਨੇ ਸ਼ਮਸ਼ਾਨ ਘਾਟ ਵਰਗੀ ਸ਼ਾਂਤੀ ਹੈ, ਉੱਥੇ ਜਿੰਦਾ ਸ਼ਾਂਤੀ ਪੈਦਾ ਕਰਨ ਦੀ ਲੋੜ ਹੈ, ਜਿੱਥੇ ਲੋਕਾਂ ਦੇ ਚਿਹਰੇ ਖਿੜੇ ਹੋਣ ਵੀ ਅਸੀਂ ਠੀਕ ਤਰੀਕੇ ਦੇ ਨਾਲ ਰਹਿ ਰਹੇ ਹਾਂ। ਦੇਖਣ ਦੇ ਪੈਮਾਨੇ ਨੇ ਆਪੋ ਆਪਣੇ, ਔਰ ਇਹ ਲੋਕਾਂ ਦੇ ਜੱਜ ਕਰਨਗੇ ਕਿ ਕਿਹੜਾ ਪੈਮਾਨਾ ਜ਼ਿਆਦਾ ਸਹੀ ਹੈ ਉੱਥੇ। ਬਸ 2 ਮਿੰਟ ਦੇ ਵਿੱਚ ਇੱਕ ਮਿੰਟ ਮੈਂ ਚਾਹੂੰਗਾ, ਇਮਰਾਨ ਖਾਨ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਉਹਨਾਂ ਦੇ ਚੋਣ ਲੜਨ ਤੇ 5 ਸਾਲ ਤੱਕ ਦੀ ਪਾਬੰਦੀ ਆਇਦ ਹੋ ਗਈ ਹੈ। ਸਰਦਾਰ ਜਗਤਾਰ ਸਿੰਘ ਜੀ ਕੀ ਕਹੋਗੇ? ਪਾਕਿਸਤਾਨ ਦੀ ਜਿਹੜੀ ਸਿਆਸਤ ਹੈ ਇਹ ਲਗਾਤਾਰ ਡੀਸਟੇਬਲਾਈਜ਼ ਚੱਲ ਰਹੀ ਹੈ ਪਿਛਲੇ ਕਾਫੀ ਸਮੇਂ ਤੋਂ, ਤੇ ਜਦੋਂ ਨਿਜ਼ਾਮ ਬਦਲਦਾ ਹੈ ਉਹਦੇ ਬਦਲਦੇ ਨਾਲ ਹੀ ਜਿਹੜੇ ਇਹੋ ਜਿਹੇ ਕੇਸ ਹੁੰਦੇ ਫਿਰ ਖਤਮ ਹੋ ਜਾਂਦੇ ਆ। ਲਗਾਤਾਰ ਪਿਛਲੇ 20-25 ਸਾਲ ਤੋਂ ਰਾਦਰ ਪੁਰਾਣਾ ਚੱਲ ਰਿਹਾ ਹੈ ਕਿ ਇਹ ਜਿਹੜੀ ਇਹ ਪੋਲਿਟਿਕ ਹੈ ਪਾਕਿਸਤਾਨ ਦੀ, ਇਹ ਸਟੇਬਲਾਈਜ਼ ਨਹੀਂ ਹੋ ਸਕੀ। ਕਾਰਨ ਉਹਨਾਂ ਦੇ ਇੰਟਰਨਲ ਵੀ ਹੈ ਤੇ ਐਕਸਟਰਨਲ ਵੀ, ਦੋਵੇਂ ਹੀ ਹੈ। ਤੇ ਹੁਣ ਵੀ ਸਿਚੁਏਸ਼ਨ ਐਸੀ ਜਦੋਂ ਆਰਮੀ ਟੋਟਲ ਕੰਟਰੋਲ ਦੇ ਵਿੱਚ ਹੈ, ਜੋ ਆਰਮੀ ਨੂੰ ਸੂਟ ਕਰਦਾ ਹੈ ਸਿਵਲੀਅਨ ਸਰਕਾਰ ਉਹ ਡਿਕਟੇਟ ਕਰਦੇ ਹੈ। ਹੁਣ ਵੀ ਲੈ ਦੇ ਕਿ ਉਸ ਤਰ੍ਹਾਂ ਹੀ ਸਿਸਟਮ ਚੱਲ ਰਹੀ ਹੈ, ਔਰ ਹੁਣ ਪਾਕਿਸਤਾਨ ਦੇ ਵਿੱਚ ਅੰਦਰੋਂ ਇਹਦੇ ਨਾਲ ਰਿਐਕਸ਼ਨ ਬਹੁਤ ਜ਼ਿਆਦਾ ਹੋ ਸਕਦਾ ਹੈ। ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਸਰਦਾਰ ਹਮੀਰ ਸਿੰਘ ਜੀ, ਇਮਰਾਨ ਖਾਨ ਬੜੇ ਆਈਡੀਅਲ ਪੋਲੀਟੀਸ਼ੀਅਨ ਵਾਂਗ
ਫਰੰਟ ਫੁੱਟ ਤੋਂ ਲੜਦੇ ਸੀ। ਜਦੋਂ ਪ੍ਰਧਾਨ ਮੰਤਰੀ ਬਣੇ ਉਹ ਆਪਣੇ ਬਿਊਰੋਕਰੈਟਸ ਨੂੰ ਦੇਸ਼ ਬਦਲਣ ਦੀਆਂ ਗੱਲਾਂ ਕਰ ਰਹੇ ਸੀ। ਮੈਨੂੰ ਲੱਗਦਾ ਦੇਸ਼ ਨੇ ਆਪਣਾ ਤਰੀਕਾ ਨਹੀਂ ਬਦਲਿਆ। ਇਮਰਾਨ ਖਾਨ ਵੀ ਉਹਨਾਂ ਹੀ ਪ੍ਰਧਾਨ ਮੰਤਰੀਆਂ ਵਾਲੀ ਫਹਿਰਿਸਤ ਵਿੱਚ ਸ਼ਾਮਲ ਹੋ ਗਿਆ ਜਿਨ੍ਹਾਂ ਨੂੰ ਕਾਲ ਕੋਠੜੀਆਂ ਨਾਲ ਯਾਰੀ ਪਾਉਣੀ ਪੈਣੀ। ਬਿਲਕੁਲ ਗੱਲ ਤਾਂ ਇਹ ਸੀ ਕਿ ਜਿਹੜੀਆਂ ਮਾਸਜ ਦੀਆਂ ਰੈਲੀਆਂ ਉਹਨੇ ਕੀਤੀਆਂ ਉਦੋਂ ਸਰਕਾਰ ਤਾਂ ਹਿੱਲੀ, ਸਰਕਾਰ ਡਿਫੈਕਟ ਵਰਗੀ ਸੀ ਜਦੋਂ ਲਗਾਤਾਰਤਾ ਆ ਰਹੀ ਸੀ ਉਸ ਮਾਮਲੇ ਦੇ ਵਿੱਚ। ਈਵਨ ਸੁਪਰੀਮ ਕੋਰਟ ਤੇ ਪਾਰਲੀਮੈਂਟ ਵੀ ਅਲੱਗ-ਅਲੱਗ ਤਰੀਕੇ ਦੀਆਂ ਸੀ। ਪਾਰਲੀਮੈਂਟ ਕੁਝ ਕਹਿ ਦਿੰਦੀ ਹੈ, ਸੁਪਰੀਮ ਕੋਰਟ ਕੁਝ ਕਹਿ ਦਿੰਦੀ ਹੈ। ਬਹੁਤ ਜ਼ਿਆਦਾ ਚੱਲਿਆ ਰੋਲ ਘਚੋਲਾ ਜਿਹੜਾ, ਔਰ ਸ਼ਾਇਦ ਉਹ ਪਬਲਿਕ ਪ੍ਰੈਸ਼ਰ ਕਰਕੇ ਇਮਰਾਨ ਨੂੰ ਪਹਿਲਾਂ ਫੜਿਆ ਸੀ, ਸੁਪਰੀਮ ਕੋਰਟ ਦੇ ਇੱਕ ਬੈਂਚ ਨੇ ਛੱਡਤਾ, ਹੇਠਲੀ ਅਦਾਲਤ ਨੇ ਫੜਾਤਾ। ਇਹ ਲੁਕਣ ਵਿੱਚ ਹੀ ਲਗਾਤਾਰ ਚੱਲੀ ਹੈ ਬਾਰ-ਬਾਰ ਉਹ ਸਾਰੇ ਮਾਮਲੇ ਦੇ ਕਰਕੇ। ਪਰ ਹੁਣ ਕਿਉਂਕਿ ਇੱਕ ਜੱਜਮੈਂਟ ਆ ਗਈ ਤੋਸ਼ਾਖਾਨਾ ਕੇਸ ਦੇ ਵਿੱਚ, ਜਿਹਦੇ ਚ ਮਤਲਬ ਘਪਲੇ ਦਾ, ਹਾਲਾਂਕਿ ਵੱਡਾ ਕੇਸ ਇਹ ਨਹੀਂ ਹੈ, ਵੱਡੇ ਕੇਸ ਦੂਜੇ ਨੇ, ਪਰ ਇਹਦੇ ਚ ਵੀ 3 ਸਾਲ ਦੀ ਕਿਉਂਕਿ ਜਦੋਂ ਸਜ਼ਾ ਹੋ ਹੀ ਗਈ ਹੈ ਤਾਂ ਮੈਨੂੰ ਲੱਗਦਾ ਕਿਤੇ ਇਸ ਕੇਸ ਚ ਅਜੇ ਸੁਪਰੀਮ ਕੋਰਟ ਤੱਕ ਜਾਏਗਾ। ਬਾਕੀ ਰਾਹੁਲ ਗਾਂਧੀ ਵਾਲੀ ਨਾ ਕਿਤੇ ਗੱਲ ਹੋ ਜਾਏਗੀ। ਉੱਥੇ ਪਾਪੂਲਰ ਸਪੋਰਟ ਅਜੇ ਵੀ ਇਮਰਾਨ ਖਾਨ ਨਾਲ ਹੈ, ਇਹੋ ਜੀ ਗੱਲ ਨਹੀਂ ਹੈ ਕਿ ਉਸ ਪੱਧਰ ਦੀ। ਇਮਰਾਨ ਖਾਨ ਦੀ ਪਾਰਟੀ ਇਹੀ ਮੰਗ ਕਰ ਰਹੀ ਹੈ ਕਿ ਤੁਰੰਤ ਚੋਣਾਂ ਕਰਾਓ। ਬਾਕੀ ਦਾ ਮਿਲਗੋਭਾ ਸਾਰੀਆਂ ਪਾਰਟੀਆਂ ਇਕੱਠੀਆਂ ਨੇ, ਉਹ ਮਿਲਗੋਭਾ ਇਹਦੇ ਡਰ ਦੇ ਕਾਰਨ ਹੀ ਹੈ ਹਜੇ। ਜਦ ਇਹਦੇ ਬਾਅਦ ਚੋਣਾਂ ਹੋਣਗੀਆਂ ਫਿਰ ਵੀ ਇਕੱਠਾ ਰਹੂਗਾ ਜਾਂ ਨਹੀਂ ਰਹੂਗਾ। ਇਸ ਲਈ ਕਾਫੀ ਕੰਪਲੈਕਸ ਜਿਹਾ ਮੁੱਦਾ ਉਸ ਲੈਵਲ ਦਾ ਨਜ਼ਰ ਆਉਂਦਾ ਹੈ। ਤੇ ਅਜੇ ਇਹਦਾ ਮਤਲਬ ਮਿਲਟਰੀ ਚ ਵੀ ਇੱਕ ਸਪੋਰਟ ਇੱਕ ਲੈਵਲ ਦੀ ਇਮਰਾਨ ਖਾਨ ਕੋਲ ਹੈ, ਨਹੀਂ ਤਾਂ ਇੰਨਾ ਟਾਈਮ ਨਹੀਂ ਸੀ ਲੱਗਦਾ ਕਿ ਉਹਨੂੰ ਫੜ ਕੇ ਅੰਦਰ ਕਰਕੇ ਜਾਂ ਕਿਤੇ ਇਸ ਦੇਸ਼ ਧਰੋਹੀ ਦਾ ਮਾਮਲਾ ਕਰ ਦਿੰਦੇ ਇਹੋ ਜਿਹਾ ਕੁਛ। ਲੋਕਾਂ ਤੇ ਮਿਲਟਰੀ ਦੀ ਕੋਈ ਸਪੋਰਟ ਦਾ ਅਜੇ ਕੋਈ ਗੁੰਜਾਇਸ਼ ਲੱਗਦੀ ਹੈ। ਪਰ ਉਹ ਅਮਰੀਕਾ ਇੰਗਲੈਂਡ ਦੇ, ਉਹ ਕਹਿੰਦਾ ਵੀ ਇਹ ਇੰਗਲੈਂਡ ਦੀ ਸਾਜ਼ਿਸ਼ ਹੈ ਮੈਨੂੰ ਫੜਨਾ। ਇੰਗਲੈਂਡ 'ਚ ਬੈਠੇ ਕਿਉਂਕਿ ਉੱਥੇ ਨਵਾਜ਼ ਸ਼ਰੀਫ ਬੈਠਾ, ਉਹ ਕਹਿੰਦਾ ਅਮਰੀਕਾ ਨਾਲ ਉਹ ਅੱਟੀ ਛੱਟੀ ਕਰ ਰਿਹਾ। ਇਹ ਪਹਿਲਾ ਪੋਲੀਟੀਸ਼ੀਅਨ ਪੰਜਾਬ 'ਚ ਆਇਆ ਵੈਸੇ ਜਿਹਨੇ ਅਮਰੀਕਾ ਤੇ ਫੌਜ ਨੂੰ ਚੈਲੰਜ ਬਰਾਬਰੀ ਤੇ ਕੀਤਾ ਸੀਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਅਮਰੀਕਨ ਸਟੇਟ ਨੂੰ ਨਹੀਂ ਸੀ ਕਰਦੇ। ਪਰ ਹੋਏਗਾ ਕਿ ਐਡੀ ਵੱਡੀ ਗਲੋਬਲ ਸੈਟਅਪ 'ਚ ਇੱਕ ਬੰਦਾ ਕਿੰਨਾ ਕਰ ਸਕਦਾ ਕਿੰਨਾ ਨਹੀਂ, ਇਹ ਬਹੁਤ ਔਖਾ ਜਿਹਾ ਸਵਾਲ ਹੈ। ਅਗਲੇ ਦਿਨਾਂ ਦੇ ਵਿੱਚ ਕੀ ਬਣੂਗਾ ਉਸ ਸਾਰੇ ਮਾਮਲੇ ਦਾ। ਦੇਸ਼ ਗਵੰਡੀ ਹੈ, ਉਹਦੇ ਤੇ ਨਜ਼ਰ ਚਲੇ ਜਾਂਦੀ ਹੈ। ਇਮਰਾਨ ਖਾਨ ਇੱਕ ਸੈਲੀਬ੍ਰਿਟੀ ਸੀ, ਸਾਡੇ ਨਵਜੋਤ ਸਿੰਘ ਸਿੱਧੂ ਨਾਲ ਉਹਦੀ ਆੜੀ ਸੀ, ਯਾਰੀ ਸੀ, ਇਸੇ ਕਰਕੇ ਸਾਨੂੰ ਥੋੜਾ ਜਿਹਾ ਮੋਹ ਜਿਹਾ ਆ ਜਾਂਦਾ। ਅਦਰਵਾਈਜ਼ ਪਾਕਿਸਤਾਨ ਦੇ ਵਿੱਚ ਤਾਂ ਨਿੱਤ ਦਾ ਵਰਤਾਰਾ ਹੈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ ਜੀ, ਸ਼ੁਕਰੀਆ ਜੀ।